ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਬਖਸ਼ਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਸ਼ਾਂਤ ਵਾਤਾਵਰਣ ਵਿੱਚ ਸਤਿਗੁਰਾਂ ਦਾ ਜੋ ਹੁਕਮ ਹੈ, ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਉਹ ਸਮਾਂ ਪ੍ਰਾਪਤ ਹੋਇਆ। ਮਨ ਦੀਆਂ ਬਿਰਤੀਆਂ ਪ੍ਰਮਾਣ ਵਿਪਰਜੈ, ਨਿੰਦਰਾ ਸਿਮਰਤੀ ਵਿਕਲਪ, ਇਹਨਾਂ ਬਿਰਤੀਆਂ ਨੂੰ ਸੰਕੋਚ ਕੇ ਪ੍ਰਭੂ ਕੀ ਉਸਤਤ ਕਰੋ। ਸੰਤ ਮੀਰ ਸਾਵਧਾਨ ਇਕਾਗਰ ਚੇ। ਗ੍ਰਹਿ ਨਿਵਾਸ ਸਤਿਗੁਰੂ ਕਿਰਪਾ ਕਰਨ। ਜੋ ਗੌੜੀ ਰਾਗ ਦੇ ਅੰਦਰ ਦੂਸਰੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ 16 ਸ਼ਲੋਕ ਪਿੱਛੇ ਹੋ ਚੁੱਕੇ ਹਨ, ਤੇ ਹੁਣ ਅੱਗੇ 17ਵੇਂ ਸ਼ਲੋਕ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਸੋ ਆਓ ਮਨ ਬਿਰਤੀ ਇਕਾਗਰ ਕਰਕੇ ਸੁਣੋ ਜੀ। ਸ਼ਲੋਕ ਮਹੱਲਾ ਪੰਜਵਾ। ਸ਼ਲੋਕ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤ ਬਚਨ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਦੇ ਰੂਪ ਵਿੱਚ। ਧਰਨ ਸਵੰਨੀ ਖੜ ਰਤਨ ਜੜਾਵੀ, ਸਾਰੇ ਬੋਲੋ ਜੀ। ਹਰ ਪ੍ਰੇਮ ਪੁਰਖ ਮਨ ਬੁੱਠਾ। ਇਹਦੇ ਵਿੱਚ ਦ੍ਰਿਸ਼ਟਾਂਤ ਹੈ ਤੇ ਫਿਰ ਦ੍ਰਿਸ਼ਟਾਂਤ ਦਾ ਫਿਰ ਦਾ ਦ੍ਰਿਸ਼ਟਾਂਤ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜਿਸ ਵੇਲੇ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਜੋ ਪੁਰਖ ਨਾਮ ਵਿਆਪਕ ਦਾ ਹੈ, ਜੋ ਸਾਰੇ ਜੀਵਾਂ ਦਾ ਪ੍ਰੇਮ ਰੂਪ ਹੈ, ਸਾਰੇ ਜੀਵਾਂ ਦੇ ਨਾਲ ਆਪਣੀ ਸੰਤਾਨ ਸਮਝ ਕੇ ਪ੍ਰੇਮ ਕਰਦਾ। ਜਿਸ ਵੇਲੇ ਜੀਵਾਂ ਨੂੰ ਜਿਹੋ ਜੀ ਲੋੜ ਹੁੰਦੀ ਹੈ, ਰੋਜੀ ਦੀ ਲੋੜ ਹੈ, ਪੱਥਰਾਂ 'ਚ ਪੁਜਾ ਦਿੰਦਾ, ਮਰਨ ਨਹੀਂ ਦਿੰਦਾ ਕਿਸੇ ਨੂੰ। ਤੇ ਪਿਆਸ ਲੱਗਦੀ ਹੈ, ਪਾਣੀ ਦਾ ਇੰਤਜ਼ਾਮ ਕਰਦਾ। ਜਦੋਂ ਫਿਰ ਧਰਤੀ ਪਾਣੀ ਦੀ ਪਿਆਸੀ, ਪੌਦੇ ਕਮਲਾ ਜਾਂਦੇ ਨੇ, ਧਰਤੀ ਦੇ ਵਿੱਚ ਪੌਦੇ ਜਿਹੜੇ ਨੇ ਉਹ ਸੁੱਕਣੇ ਸ਼ੁਰੂ ਹੋ ਜਾਂਦੇ। ਫਿਰ ਵਾਹਿਗੁਰੂ ਹੁਕਮ ਕਰਦਾ ਹੈ, ਤੇਰੇ ਹੁਕਮੇ ਸਾਵਣ ਆਇਆ। ਹੁਕਮ ਕਰਦਾ ਬੱਦਲਾਂ ਨੂੰ, ਤੇ ਬੱਦਲਾ ਕੀ ਕਰਦੇ ਨੇ? ਬੁੱਠਾ ਨਾਮ ਬਸਣ ਦਾ ਵੀ ਹੁੰਦਾ ਤੇ ਬੁੱਠਾ ਨਾਮ ਬਰਸਣ ਦਾ ਵੀ ਹੁੰਦਾ। ਗੁਰਬਾਣੀ ਦੇ ਵਿੱਚ ਕਈ ਥਾਂ ਤੇ ਬਰਸਣ ਤੋਂ ਭਾਵ ਆਇਆ ਹੈ ਬੁੱਠੇ ਅੰਨ ਕੁਮਾਦ ਕੁਪਾਹਾਂ, ਉੱਥੇ ਬਰਸਣ ਦੀ ਉਹ ਗੱਲ ਹੈ ਨਾ ਸਾਰੀ। ਮੀਂਹ ਬੁੱਠਾ ਸ਼ਹਿਬਰ ਲਾਏ, ਬਰਸਣ ਦੀ ਗੱਲ ਹੈ। ਇਸ ਕਰਕੇ ਫਿਰ ਉਹ ਜਦੋਂ ਬੱਦਲ ਰੂਪ ਹੋ ਕਰਕੇ ਵਾਹਿਗੁਰੂ ਬਰਸਦਾ ਹੈ ਜਾਂ ਬੱਦਲ ਨੂੰ ਹੁਕਮ ਕਰ ਦਿੰਦਾ ਹੈ, ਤਾਂ ਫਿਰ ਕੀ ਹੁੰਦਾ ਹੈ? ਧਰਨ ਸੁਬੰਨੀ। ਧਰਨ ਨਾਮ ਧਰਤੀ ਦਾ ਹੈ। ਸੁਬੰਨੀ ਦੇ ਦੋ ਅਰਥ ਨੇ। ਬਨ ਸੁਬੰਨੀ ਹੋ ਜਾਂਦੀ ਹੈ, ਮਤਲਬ ਉਹਦੇ ਵਿੱਚੋਂ ਪੌਦੇ ਪੈਦਾ ਹੁੰਦੇ ਨੇ, ਹਰਿਆਵਲ ਆ ਜਾਂਦੀ ਹੈ। ਧਰਤੀ ਦੀ ਸ਼ੋਭਾ ਜਿਹੜੀ ਹੈ ਬਨਸਪਤੀ ਨਾਲ ਹੈ। ਧਰਤੀ ਸ਼ੋਭ ਕਰੇ ਜਲ ਵਰਸੈ, ਇਹਦਾ ਅਰਥ ਇਸੇ ਤਰ੍ਹਾਂ ਜਲ ਵਰਸੈ, ਧਰਤੀ ਸ਼ੋਭ ਕਰੇ। ਪਾਣੀ ਪੈਂਦਾ ਤਾਂ ਧਰਤੀ ਦੇ ਵਿੱਚ ਵੀ ਸ਼ੋਭਾ ਕਿਸ ਤਰ੍ਹਾਂ ਹੁੰਦੀ ਹੈ ਵੀ ਉਹਦੇ 'ਚ ਹਰਿਆਵਲ ਆ ਜਾਂਦੀ ਹੈ। ਸੁੱਕੇ ਬਿਰਛ ਹਰੇ ਹੋ ਜਾਂਦੇ ਨੇ, ਜਿਹੜੀਆਂ ਫਸਲਾਂ ਸੁੱਕੀਆਂ ਨੇ, ਪੌਦੇ ਸਾਰੇ ਕਮਲਾਏ ਹੋਏ ਨੇ, ਇਸ ਕਰਕੇ ਸੋਨੇ ਰੰਗੀ ਹੋ ਜਾਂਦੀ ਹੈ, ਵਨ ਸਵੰਨੀ ਹੋ ਜਾਂਦੀ ਹੈ। ਅਨੇਕਾਂ ਪੌਦੇ, ਖੜ ਨਾਮ ਹੈ ਘਾਹ ਦਾ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰ ਦੇ, ਖੜ ਨਾਮ ਹੀ ਘਾਹ ਦਾ। ਇਸ ਕਰਕੇ ਜਿਹੜਾ ਘਾਹ ਹੈ ਉਹ ਰਤਨਾਂ ਦੀ ਨਿਆਈ,
ਜੜਾਵੀ ਜੜਿਆ ਜਾਂਦਾ ਹੈ। ਜਣੀ ਇਉਂ ਹੁੰਦਾ ਹੈ ਜਿਵੇਂ ਕਿਸੇ ਨੇ ਰਤਨ ਜੜੇ ਹੁੰਦੇ ਨੇ ਧਰਤੀ ਦੇ ਵਿੱਚ, ਇਉਂ ਘਾਹ ਪੈਦਾ ਹੋ ਜਾਂਦਾ ਹੈ। ਇਹ ਸਾਰੇ ਅੱਖਰਾਂ ਦੇ ਅਰਥ ਇਸ ਪ੍ਰਕਾਰ ਅਨਮੇ ਰੀਤ ਨਾਲ ਲੱਗੇ, ਕਿਉਂਕਿ ਇਹ ਦ੍ਰਿਸ਼ਟਾਂਤ ਹੈ। ਕਹਿੰਦੇ ਜਿਸ ਤਰ੍ਹਾਂ ਮਾਲਕ ਦੇ ਬਾਰਿਸ਼ ਪਾਉਣ ਤੋਂ ਧਰਤੀ ਹਰਿਆਵਲਾਂ ਸਹਿਤ ਹੁੰਦੀ ਹੈ, ਇਹ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦਾ ਸਰੂਪ ਧਾਰਨ ਕੀਤਾ, 4 ਉਦਾਸੀਆਂ ਲੰਮਾ ਸਮਾਂ ਸੰਸਾਰ ਦੇ ਅੰਦਰ ਵਿਚਰੇ, ਫਿਰ ਕਰਤਾਰਪੁਰ ਸਾਹਿਬ ਆ ਕੇ ਨਿਵਾਸ ਕੀਤਾ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਉੱਥੇ ਜਦੋਂ ਕਰੋੜੀ ਮੱਲ ਵਰਗਿਆਂ ਨੇ ਜਾਂ ਹੋਰ ਚਰਨ ਫੜ ਲਏ ਵੀ ਮਹਾਰਾਜ, ਬਹੁਤ ਜਿਹੜੇ ਜਿਗਿਆਸੂ ਸੀ ਉਹਨਾਂ ਨੇ ਵੀ ਕਿਹਾ ਮਹਾਰਾਜ ਹੁਣ ਬਹੁਤ ਆਪ ਜੀ ਉਮਰ ਦੇ ਮੁਤਾਬਕ ਵੀ ਹੁੰਦਾ ਹੈ ਵੀ ਬਹੁਤ ਫਿਰ ਤੁਰਲੇ, ਹੁਣ ਆਪ ਜੀ ਬੈਠ ਕੇ ਦਰਸ਼ਨ ਦਿਆ ਕਰੋ। ਉਹ ਪੁਰਖ ਨਾਮ ਵਿਆਪਕ ਦਾ ਹੈ। ਵਿਆਪਕ ਪੁਰਖ ਅਕਾਲ ਪੁਰਖ ਦੇ ਸਰੂਪ ਗੁਰੂ ਨਾਨਕ ਦੇ ਮਨ ਦੇ ਵਿੱਚ ਉਹਨਾਂ ਪ੍ਰੇਮੀਆਂ ਦਾ ਪ੍ਰੇਮ ਬੁੱਠਾ ਵਸ ਗਿਆ ਵੀ ਠੀਕ ਹੈ ਬਈ, ਜਿਵੇਂ ਤੁਸੀਂ ਕਹਿੰਦੇ ਹੋ, ਹੁਣ ਆਪਾਂ ਬੈਠ ਕੇ ਹਰੀ ਪਰਮੇਸ਼ਰ ਦੇ ਇੱਥੇ ਹੀ ਗੁਣ ਗਾ ਲਿਆ ਕਰਾਂਗੇ। ਕਹਿੰਦੇ ਉਸ ਵੇਲੇ ਫਿਰ ਕਰਤਾਰਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਧਰਨ ਸਵੰਨੀ ਹੋ ਗਈ, ਬਨ ਸਵੰਨੀ ਹੋ ਗਈ। ਕਿਵੇਂ ਹੋ ਗਈ? ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੁਹਾਵਣਾ ਥਾਨ ਹੋ ਗਿਆ। ਖੜ ਰਤਨ ਜੜਾ ਗਈ, ਰਤਨਾਂ ਵਰਗੀ ਉਹਦੇ ਵਿੱਚੋਂ ਨਾਨਾ ਪ੍ਰਕਾਰ ਦੇ ਅੰਨ ਪੈਦਾ ਹੋਣ ਲੱਗਾ, ਕਿਉਂਕਿ ਗੁਰੂ ਜੀ ਆਪ ਖੇਤੀ ਕਰਨ ਲੱਗੇ। ਉੱਥੇ ਗੁਰੂ ਸਾਹਿਬ ਨੇ ਆਪ ਆਪਣੇ ਹੱਥੀਂ ਕਿਰਤ ਕਰਕੇ ਲੰਗਰ ਚਲਾਇਆ। ਇਸ ਕਰਕੇ ਖੜ ਰਤਨ ਜੜਾ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰਤਨਾਂ ਦੀ ਤਰ੍ਹਾਂ ਜੜੀ ਹੋਈ ਫਸਲਾਂ ਲੈ ਲੈ ਕਰਦੀਆਂ ਆਉਣ ਲੱਗੀਆਂ। ਜਿਹੋ ਜੀ ਕਰਤਾਰਪੁਰ ਫਸਲ ਹੁੰਦੀ ਸੀ, ਕਿਸੇ ਥਾਂ ਤੇ ਨਹੀਂ ਸੀ ਹੁੰਦੀ। ਕਰਤਾ ਪੁਰਖ ਆਪ ਖੇਤੀ ਕਰ ਰਿਹਾ ਸੀ। ਤੇ ਤੀਸਰਾ ਅਰਥ ਇਸ ਦਾ ਹੁਣ ਇਸ ਪ੍ਰਕਾਰ ਜਾਣਨਾ। ਦੁਬਾਰੇ ਬੋਲੋ ਜੀ। ਧਰਨ ਸਵਾਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਜਿਨ੍ਹਾਂ ਦੇ ਮਨ ਦੇ ਵਿੱਚ, ਅਭਿਆਸੀਆਂ ਦੇ ਗੁਰਮੁਖਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੁੱਠਾ ਵਸ ਗਿਆ। ਕਿਸ ਪਰਮੇਸ਼ਰ ਦਾ? ਜਿਹਦੇ ਇਹ ਗੁਣ ਹਰ, ਜੋ ਸਾਰੇ ਨੂੰ ਹਰੇ ਭਰੇ ਕਰਨ ਵਾਲੇ, ਜੋ ਪੁਰਖ ਵਿਆਪਕ ਹੈ, ਉਹਦੇ ਨਾਮ ਦਾ ਪ੍ਰੇਮ ਜਿਨ੍ਹਾਂ ਦੇ ਮਨ ਦੇ ਵਿੱਚ ਵਸ ਗਿਆ, ਜਾਂ ਪ੍ਰੇਮ ਦੁਆਰਾ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਸ ਗਿਆ, ਉਹਨਾਂ ਦੀ ਅਵਸਥਾ ਦੱਸਦੇ ਨੇ ਕਿਹੋ ਜਿਹੀ ਹੁੰਦੀ ਹੈ। ਤੇ ਉਹਨਾਂ ਦੀ ਅਵਸਥਾ ਇਹੋ ਜਿਹੀ ਹੋ ਗਈ ਕਿ ਜਿਸ ਤਰ੍ਹਾਂ ਇੱਕ ਘਾਹ ਦੇ ਵਿੱਚੋਂ ਵੀ, ਤੀਲੇ ਦੇ ਵਿੱਚੋਂ ਵੀ ਰੱਬ ਪ੍ਰਤੀਤ ਹੋਣ ਲੱਗ ਗਿਆ। ਜਿਹੜੀ ਧਰਤੀ ਦੇ ਵਿੱਚ ਬਨ ਸਮੰਨੇ ਰੰਗ ਦਿਸਦੇ ਨੇ, ਜੀਵਾਂ ਦੇ ਦਿਸਦੇ ਨੇ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਇਹ ਰਤਨਾਂ ਦੀ ਨਿਆਈ ਜੜਾਵੀ ਹੋਈ ਬ੍ਰਹਮ ਚੇਤਨ ਹੀ ਜੜਿਆ ਹੋਇਆ ਦਿਸਦਾ ਉਹਨਾਂ ਨੂੰ। ਫਿਰ ਹੋਰ ਨਹੀਂ ਕੁਛ ਦਿਸਦਾ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਉਹਨਾਂ ਦੀ ਬੁੱਧ ਦੇ ਵਿੱਚ ਇਸ ਪ੍ਰਕਾਰ ਇਹ ਅਪਰੋਕਸ਼ ਬ੍ਰਹਮ ਗਿਆਨ ਦਾ ਐਸਾ ਰਤਨ ਜੜਿਆ ਗਿਆ ਕਿ ਉਹਨਾਂ ਨੂੰ ਪਰਮਾਤਮਾ ਤੋਂ ਬਿਨਾਂ ਦੂਸਰਾ ਨਹੀਂ ਕੁਛ ਵੀ ਦਿਸਦਾ ਹੈ। ਤੇ ਇਸੇ ਢੰਗ ਦੇ ਨਾਲ ਹੁਣ ਹੋਰ ਵੀ ਇਹਦੇ ਅਰਥ ਹੈ। ਇਹਦਾ ਅੰਤਰੀਵ ਭਾਵ ਦੇ ਵਿੱਚ ਜਿਵੇਂ ਇਹ ਅਰਥ ਹੈ, ਤੇ ਉਹ ਵੀ ਆਪ ਜੀ ਅੱਗੇ ਸੁਣੋ। ਧਰਨ ਸਵੰਨੀ, ਧਰਨ ਸਵਾਨੀ ਖੜ ਰਤਨ ਜੜਾਵੀ। ਜਿਨ੍ਹਾਂ ਦੇ ਜਦੋਂ ਹਰ ਹਰੀ ਪਰਮੇਸ਼ਰ, ਚਲੋ ਬੋਲਦੇ ਹੋ ਸਾਰਾ ਕੋਈ, ਹਰ ਪ੍ਰੇਮ ਪੁਰਖ ਮਨ ਬੁੱਠਾ। ਕਹਿੰਦੇ ਜਦੋਂ ਹਰੀ ਪਰਮੇਸ਼ਰ, ਪੁਰਖ ਪੂਰਨ ਪਰਮੇਸ਼ਰ ਜਿਹੜਾ ਵਿਆਪਕ ਹੈ, ਉਹਦਾ ਪ੍ਰੇਮ ਹਿਰਦੇ ਦੇ ਵਿੱਚ ਜਦੋਂ ਬੁੱਠਾ ਵਸ ਗਿਆ, ਤਾਂ ਪਹਿਲਾਂ ਧਰਨ ਬੁੱਧੀ ਜਿਹੜੀ ਹੈ ਉਹਦੇ ਵਿੱਚ ਖੜ ਰਤਨ ਜੜਾਵੀ, ਖੜ ਤੋਂ ਭਾਵ ਖਟ ਸੰਪਤੀ ਪੈਦਾ ਹੋ ਗਈ। ਉਹਦੇ ਵਿੱਚ ਜਿਹੜੇ 6 ਐਸੇ ਗੁਣਾਂ ਦਾ ਸਮੁਦਾਇ ਹੈ, ਸਮੂਹ ਹੈ। ਸਮਦਮ ਸ਼ਰਧਾ ਤੀਸਰੀ, ਸਮਾਧਾਨ ਅਪਰਾਮ, ਛੜੀ ਤਿਤਿਕਸ਼ਾ ਜਾਨੀਐ ਭਿੰਨ ਭਿੰਨ ਜੇ ਨਾਮ।
ਇਹਨੂੰ ਸਾਧ ਜੀ ਰਤਨ ਦੀ ਨਿਆਈ ਉਹ ਫਿਰ ਜੜੀ ਗਈ ਹੈ ਬੁੱਧ ਦੇ ਵਿੱਚ। ਔਰ ਫਿਰ ਜਾਂ ਇਉਂ ਸਮਝੋ ਵੀ ਖਟ ਸੰਪਤੀ ਪੈਦਾ ਹੋ ਗਈ। ਰਤਨਾਂ ਦੀ ਨਿਆਈ 9 ਪ੍ਰਕਾਰ ਦਾ ਵੈਰਾਗ, ਯਤਮਾਨ ਬਤੇਕ ਏਕ ਇੰਦਰੀਏ ਬਸੀਕਰਨ ਤੀਬਰ ਵੈਰਾਗ, ਤਰਤੀਬਰ ਵੈਰਾਗ, ਤਰਤੀਬਰ ਤਰਤਮ ਵੈਰਾਗ, ਮੰਦ ਵੈਰਾਗ ਤੇ ਕਾਰਨ ਵੈਰਾਗ। ਰਤਨਾਂ ਦੀ ਨਿਆਈ ਵੈਰਾਗ ਉਹਨਾਂ ਦੇ ਹਿਰਦੇ ਵਿੱਚ ਜੜਿਆ ਗਿਆ ਤੇ ਜਿਸ ਕਰਕੇ ਐਸੇ ਇਹ ਗੁਣ ਪੈਦਾ ਹੋ ਗਏ। ਫਿਰ ਸਰਵਣ ਮੰਨਣ ਅਧਿਆਸਨ ਆਦਿਕਾਂ ਦੀ ਇਹ ਜੜਾਵੀ ਜੜਤੀ ਵੀ ਜੜੀ ਗਈ, ਜਿਸ ਕਰਕੇ ਬੁੱਧ ਜਿਹੜੀ ਹੈ ਤੁਰਿਆ ਪਦ ਰੂਪੀ ਉਹ ਫਿਰ ਸੁਬੰਨੀ ਸੋਹਣੇ ਰੰਗ ਵਾਲੀ ਹੋ ਗਈ, ਤਰਨ ਸੁਬੰਨੀ ਸੋਹਣੇ ਰੰਗ ਵਾਲੀ ਹੋ ਗਈ ਹੈ। ਇਸ ਕਰਕੇ ਸਾਧ ਸੰਗਤ ਜੀ ਇਹਦੇ ਥੋੜੇ ਜਿਹੇ ਪਹਿਲੀ ਪੰਕਤੀ ਦੇ ਜ਼ਿਆਦਾ ਗਹਿਰੇ ਤੇ ਔਖੇ ਅਰਥ ਸਨ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਅੱਗੇ ਕਿ ਮੈਂ ਜੋ ਕਾਰਜ ਆਰੰਭ ਕੀਤਾ ਸੀ ਹਰਿਮੰਦਰ ਸਾਹਿਬ ਦੇ, ਇਹਦੀ ਉਸਾਰੀ ਵੱਡੇ ਗੁਰੂਆਂ ਦਾ ਹੁਕਮ ਸੀ, ਸਰੋਵਰ ਪੱਕਾ ਕਰਨ ਦਾ ਹੁਕਮ ਸੀ, ਇਹ ਅੰਮ੍ਰਿਤਸਰ ਸ਼ਹਿਰ ਨੂੰ ਹੋਰ ਚੰਗੀ ਤਰ੍ਹਾਂ ਵਸਾਉਣ ਦਾ, ਇਹ ਸਾਰੀ ਬੜੇ ਕਾਰਜ ਸੀ ਮੇਰੇ ਜੁਮੇ। ਇਹ ਸਭੇ ਸਾਰੇ ਜਿਹੜੇ ਕਾਰਜ ਨੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਕਿਵੇਂ ਪੂਰੇ ਹੋਏ ਨੇ ਦੱਸਦੇ ਹਨ। ਇਹ ਸਭੇ ਕਾਜ ਸੁਹੇਲੜੇ ਥੀਏ। ਹੁਣ ਇਹ ਸਭੇ ਸਾਰੇ ਹੀ ਕਾਰਜ ਸੁਹੇਲੜੇ ਜਿਹੜੇ ਨੇ ਉਹ ਬੜੇ ਸੁਖਦਾਇਕ ਹੋ ਗਏ, ਕੋਈ ਤਕਲੀਫ ਨਹੀਂ ਹੋਈ, ਕਾਰਜ ਸਿਰੇ ਚੜ ਗਏ। ਕਿਉਂਕਿ ਕਾਰਨ ਕੀ ਹੈ? ਸਭੇ ਕਾਜ ਸੁਹੇਲੜੇ ਥੀਏ, ਇਹਦੇ ਵਿੱਚ ਇੱਕੋ ਹੀ ਬਾਤ ਹੈ। ਗੁਰੂ ਨਾਨਕ ਸਤਿਗੁਰ ਤੁਠਾ। ਗੁਰੂਆਂ ਦੇ ਵੀ ਗੁਰੂ, ਗੁਰ ਪੂਜਨੀਕ, ਗੁਰ ਚੇਤਨ ਸਰੂਪ ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਉਹ ਤੁਠਾ ਪ੍ਰਸੰਨ ਹੋ ਗਏ। ਉਹਨਾਂ ਦੇ ਪ੍ਰਸੰਨ ਹੋਣ ਦੇ ਨਾਲ ਇਹ ਕਾਰਜ ਸਾਰੇ ਸਫਲੇ ਹੋ ਗਏ। ਤੇ ਹੁਣ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੀ ਧਰਨ ਸੁਬੰਨੀ ਖੜਰਤਨ ਜਿਹੜਾ ਵੀ ਹਰ ਪ੍ਰੇਮ ਪੁਰਖ ਮਨ ਬੁੱਠਾ, ਹਰਮੰਦਰ ਸਾਹਿਬ ਦੇ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਨੇ। ਡਿਠੇ ਸਭੇ ਥਾਵ ਨਾਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਇਸ ਕਰਕੇ ਰਤਨਾਂ ਦੀ ਨਿਆਈ ਇੱਥੇ ਚੂਨੇ ਦੇ ਵਿੱਚ ਇੱਟਾਂ ਲੱਗੀਆਂ ਹੋਈਆਂ, ਪ੍ਰਤੱਖ ਵੀ ਰਤਨ ਲੱਗੇ ਹੋਏ, ਪ੍ਰੇਮ ਉਸ ਅਕਾਲ ਪੁਰਖ ਦਾ ਪੈਦਾ ਕਰਨ ਦੇ ਲਈ ਹਰਮੰਦਰ ਸਾਹਿਬ ਦੀ ਭਗਤੀ ਹੋਣ ਲੱਗੀ ਹੈ। ਸਾਰੇ ਕਾਰਜ ਸਫਲੇ ਹੋ ਗਏ। ਇਹ ਗੁਰੂ ਨਾਨਕ ਸਾਹਿਬ ਨੇ ਸਾਰੇ ਕਾਰਜ ਸਫਲੇ ਕਰ ਦਿੱਤੇ ਨੇ। ਅੱਗੇ ਦੱਸਦੇ ਹਨ ਹੁਣ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਮਹੱਲਾ ਉਚਾਰਨ ਕਰਦੇ ਹਨ ਜੀ। ਫਿਰਦੀ ਫਿਰਦੀ ਦਹਿ ਦਿਸਾ। ਇਹਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਹ ਪਿੱਛੇ ਤੁਸੀਂ ਭਾਈ ਪੋਥੀਆਂ ਦੇ ਵਿੱਚ ਥੋੜਾ ਜਿਹਾ ਧਿਆਨ ਦਿਓ ਵੀ ਜਿਹੜਾ ਬੁੱਠਾ ਸ਼ਬਦ ਆਇਆ ਸੀ ਅਰ ਤੁੱਠਾ ਸ਼ਬਦ ਆਇਆ ਸੀ। ਹਰ ਪ੍ਰੇਮ ਪੁਰਖ ਮਨ ਬੁੱਠਾ ਤੇ ਗੁਰੂ ਨਾਨਕ ਸਤਿਗੁਰ ਤੁੱਠਾ, ਇਹ ਅਦਕ ਸਹਿਤ ਪਾਠ ਨੇ। ਉਹਨੂੰ ਬੁੱਠਾ ਨਹੀਂ ਕਰਨਾ, ਇਹਨੂੰ ਤੁੱਠਾ ਨਹੀਂ ਕਰਨਾ। ਉਹਨੂੰ ਤੁੱਠਾ ਕਹਿਣਾ, ਉਹਨੂੰ ਬੁੱਠਾ ਕਹਿਣਾ। ਇਹਨੂੰ ਪਕਾ ਲਿਓ ਚੰਗੀ ਤਰ੍ਹਾਂ ਜਦੋਂ ਸੰਥਿਆ ਪਕਾਓਗੇ। ਤੋ ਅੱਗੇ ਫਿਰ ਮਹਾਰਾਜ ਸਾਹਿਬ ਜੀ ਇੱਕ ਦ੍ਰਿਸ਼ਟਾਂਤ ਦੇ ਕੇ ਫਿਰ ਫਰਮਾਨ ਕਰਦੇ ਹਨ ਮਹੱਲੇ ਦੇ ਵਿੱਚ। ਫਿਰਦੀ ਫਿਰਦੀ ਦਹਿ ਦਿਸਾ। ਇਹ ਹੁਣ ਪ੍ਰਮਾਣ ਦਿੰਦੇ ਇੱਕ ਪੰਛੀ ਦਾ ਜਿਹੜਾ ਆਕਾਸ਼ ਦੇ ਵਿੱਚ ਬਹੁਤ ਜ਼ਿਆਦਾ ਉੱਡਦਾ ਰਹਿੰਦਾ ਹੈ, ਮਾਸਾਹਾਰੀ ਪੰਛੀ ਹੈ, ਉਹਨੂੰ ਇੱਲ ਕਹਿੰਦੇ ਹੈ। ਕਹਿੰਦੇ ਜਿਸ ਤਰ੍ਹਾਂ ਦਸੋ ਦਿਸ਼ਾਵਾਂ ਦੇ ਵਿੱਚ ਫਿਰਦੀ ਫਿਰਦੀ ਦਹਿ ਦਿਸ਼ਾ, ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਵੈਵੀ ਅਗਨ, ਆਕਾਸ਼ ਤੇ ਧਰਤੀ ਵਾਲੇ ਪਾਸੇ 10 ਦਫਾ ਹੋ ਗਈਆਂ ਨਾ। ਯਾਨੀ ਸਾਰੀ ਜਗ੍ਹਾ ਫਿਰਦੀ ਫਿਰਦੀ ਭ੍ਰਮਣ ਕਰਦੀ ਕਰਦੀ ਇੱਲ ਜਿਹੜੀ ਹੈ, ਕਹਿੰਦੇ ਫਿਰਦੀ ਫਿਰਦੀ ਦਹਿ ਦਿਸ਼ਾ। ਅੱਗੇ ਦੱਸਦੇ ਨੇ ਜਲ ਜਲ ਪਰਬਤ ਬਨ ਰਾਏ। ਜਲ ਜਲਾਂ ਪਾਣੀ ਵਾਲੀ ਜਗ੍ਹਾ ਜਦੋਂ ਪਿਆਸ ਲੱਗਦੀ ਹੈ ਪਾਣੀ ਪੀਣ ਵਾਸਤੇ ਵੀ ਉਤਰਦੀ ਹੈ। ਤਲਾਬਾਂ ਦੇ ਉੱਤੇ ਦੀ, ਸਰੋਵਰਾਂ ਦੇ ਉੱਤੇ ਦੀ, ਪਰਬਤ ਪਹਾੜਾਂ ਅਤੇ ਬਨ ਰਾਏ ਬਨਸਪਤੀ ਆਦਿ ਦੇ ਉੱਪਰ ਤੁਰਦੀ ਫਿਰਦੀ ਹੈ। ਜਲ ਪਰਬਤ ਬਨ ਰਾਏ। ਪਰ ਇਹ ਦੇਖੋ ਵੀ ਉਹ ਇੱਲ ਇੰਨੀ ਉੱਚੇ ਉੱਡਣ ਵਾਲੀ,
ਤੇ ਨੀਚ ਖਿਆਲ ਕਹੇ ਦੇ ਨੇ। ਮਾਰੇ ਕਹਿੰਦੇ ਦੇਖੋ ਐਡੇ ਉੱਚੇ ਚੜ੍ਹਨ ਵਾਲੀ ਆਕਾਸ਼ ਵਿੱਚ ਇੰਨੀਆਂ ਥਾਵਾਂ ਤੇ ਵਿਚਰਨ ਵਾਲੀ ਇੱਲ, ਕਹਿੰਦੇ ਸੁਭਾਅ ਦੇ ਵਿੱਚ ਦੇਖੋ ਕੀ ਹੈ ਉਸਦੇ, ਕਿੱਡਾ ਨੀਚਪਣੇ ਦਾ ਸੁਭਾਅ ਹੈ ਉਸਦਾ। ਅੱਗੇ ਦੱਸਦੇ ਹਨ, ਜਿੱਥੈ ਡਿਠਾ ਮਿਰਤਕੋ, ਕਹਿੰਦੇ ਜਿਸ ਥਾਂ ਤੇ ਮੁਰਦਾਰ ਵੇਖਦੀ ਹੈ ਨਾ ਤਾਂ ਉਹਦੀ ਨਿਗਾਹ ਬੜੀ ਤੇਜ਼ ਹੁੰਦੀ ਹੈ। ਇੱਲ ਦੀ ਨਿਗਾਹ ਜਿਹੜੀ ਹੈ ਮੀਲਾਂ ਤੱਕ ਕੰਮ ਕਰਦੀ ਹੈ। ਜਿੱਥੇ ਉਹ ਮਿਰਤਕ ਦੇਖਦੀ ਹੈ, ਕੋਈ ਮਰਿਆ ਹੋਇਆ ਪਸ਼ੂ ਮਿਲ ਗਿਆ, ਪੰਛੀ ਮਿਲ ਗਿਆ, ਜਿੱਥੇ ਮਿਰਤਕ ਦੇਖਦੀ ਹੈ, ਜਿੱਥੇ ਡਿਠਾ ਮਿਰਤਕੋ, ਜਿੱਥੇ ਮੁਰਦਾਰ ਵੇਖਿਆ ਉਸ ਨੇ ਕੀ ਹੋਇਆ। ਅੱਗੇ ਦੱਸਦੇ ਨੇ, ਇੱਲ ਬੈਠੀ ਆਏ, ਇਹਨੂੰ ਬੈਠੀ ਜਿਹੜਾ ਅਧਿਕ ਸਹਿਤ ਪਾਠ ਹੈ ਤੇ ਇਹਨੂੰ ਅਣਜਾਣ ਬਣੀ ਇੱਲ ਨਹੀਂ ਕਰਨਾ, ਵੀ ਇੱਲ ਬੈਠੀ ਆਏ। ਇੱਲ ਬੈਠੀ ਥੋੜਾ ਜਿਹਾ ਭਾਰਾ ਕਰਕੇ ਬੋਲ ਦੇਣਾ ਤਾਂ ਕਿ ਪਾਠ ਸੁੱਧ ਉਚਾਰਨ ਹੋਵੇ। ਸੁੱਧ ਪਾਠ ਦਾ ਹੀ ਫਲ ਹੋਇਆ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇੱਲ ਉਹ ਮਰਦਾਰ ਦੇ ਖਾਣ ਵਾਸਤੇ ਆ ਕੇ ਬਹਿ ਜਾਂਦੀ, ਇਹ ਪ੍ਰਮਾਣ ਦਿੱਤਾ। ਤੇ ਇੰਨੀ ਉੱਚੀ ਚੜ੍ਹਨ ਵਾਲੀ ਇੱਲ ਪਰਬਤਾਂ ਤੇ, ਪਾਣੀ ਦੇ ਸਰੋਵਰਾਂ ਤੇ, ਬਨਸਪਤੀ ਦੇ ਸਾਰੇ ਫਿਰਦੀ ਹੋਈ, ਡਿੱਗਦੀ ਕਿਥੇ ਆ ਕੇ ਹੈ? ਮੁਰਦਾਰ ਤੇ। ਇਸੇ ਤਰ੍ਹਾਂ ਕਹਿੰਦੇ ਸੰਸਾਰ ਦੇ ਬੜੇ ਬੜੇ ਉੱਚੇ ਅਹੁਦਿਆਂ ਤੇ ਮਨੁੱਖ ਬੈਠਾ ਹੈ, ਬੜੇ ਬੜੇ ਉਹਨਾਂ ਨੂੰ ਸਤਿਕਾਰ ਦੇ ਸ਼ਬਦ ਉਚਾਰਨ ਕੀਤੇ ਜਾਂਦੇ। ਆਕਾਸ਼ਾਂ ਤੱਕ ਜਿਵੇਂ ਉਹਨਾਂ ਦੀ ਵਡਿਆਈ ਅੰਬਰਾਂ ਨੂੰ ਛੋਹ ਗਈ ਹੈ, ਪਰ ਨੀਚ ਖਿਆਲ ਕਿਹੋ ਜਿਹੇ ਨੇ, ਡਿੱਗਦੇ ਕਿੱਥੇ ਨਾ ਆ ਕੇ। ਸਤਿਪੁਰਸ਼ ਕਹਾਉਣ ਵਾਲੇ ਵੀ ਕਿੱਥੇ ਡਿੱਗਦੇ ਨਾ ਆ ਕੇ। ਇਸ ਕਰਕੇ ਇਹਦੇ ਵਿੱਚ ਇੱਕ ਹੋਰ ਵੀ ਖਿਆਲ ਰੱਖਣਾ ਹੈ। ਵੈਸੇ ਤਾਂ ਹੁਣ ਬਹੁਤ ਦੇਰ ਤੋਂ ਇਹਦਾ ਪ੍ਰਚਾਰ ਪਾਠੀਆਂ 'ਚ ਇੰਨਾ ਹੋ ਗਿਆ ਵੀ ਹੁਣ ਤਾਂ ਨਹੀਂ ਮੈਨੂੰ ਲੱਗਦਾ ਕੋਈ ਪਾਠੀ ਗਲਤੀ ਕਰਦਾ ਹੋਊਗਾ। ਮਹਾਂਪੁਰਖ ਦੱਸਦੇ ਸੀ ਅੱਗੇ ਕਈ ਪਾਠੀਆਂ ਨੇ ਇਹੋ ਜਿਹੀਆਂ ਗਲਤੀਆਂ ਕੀਤੀਆਂ ਨੇ। ਉਹਨਾਂ ਨੇ ਕੀ ਕਰਨਾ ਪਾਠ, ਕਹਿੰਦੇ ਜਿੱਥੇ ਡਿੱਠਾ ਮਿਰਤ ਕੋਇਲ ਬੈਠੀ ਆਏ। ਹੁਣ ਕੋਇਲ ਅੰਬਾਂ ਤੇ ਬੈਠੂਗੀ, ਮੁਰਦਾਰ ਤੇ ਬੈਠੂਗੀ ਆ ਕੇ। ਅੱਖਰ ਉਹੀ ਨੇ, ਅੱਖਰ ਤਾਂ ਨਹੀਂ ਬਦਲੇ। ਸੰਯੁਕਤ ਬੀੜਾਂ ਹੁੰਦੀਆਂ ਸੀ ਤਾਂ ਪਾਠੀ ਨੇ ਪਾਠ ਕਰਦਾ, ਕਹਿੰਦੇ ਜਿੱਥੇ ਡਿੱਠਾ ਮਿਰਤ ਕੋਇਲ ਬੈਠੀ ਆਏ। ਉਹਨੂੰ ਪੁੱਛਿਆ ਕਿਸੇ ਨੇ, ਭਾਈ ਸਾਹਿਬ ਕੋਇਲ ਤਾਂ ਅੰਬਾਂ ਤੇ ਬਹਿੰਦੀ ਹੈ। ਉਹ ਕਹਿੰਦਾ ਲਿਖਿਆ ਐਵੇਂ ਆ। ਉਹ ਕਹਿੰਦੇ ਭਲਿਆ ਮਾਨਸਾ, ਇਹ ਮਿਰਤ ਕੋ ਪਾਠ ਹੈ, ਇੱਲ ਬੈਠੀ ਆਏ। ਦੇਖੋ ਅੱਖਰ ਉਚਾਰਨ ਕਰਨ ਦੇ ਨਾਲ ਹੀ ਅਰਥ ਦੇ ਵਿੱਚ ਕਿੰਨਾ ਵਿਰੋਧ ਹੋ ਗਿਆ। ਕਿੱਥੇ ਹੋ ਗਿਆ ਕੋਇਲ ਬੈਠੀ ਆ, ਕਿੱਥੇ ਹੋ ਗਿਆ ਇੱਲ ਬੈਠੀ ਆਏ। ਕਿੰਨਾ ਫਰਕ ਪਿਆ, ਕਿੱਥੇ ਕੋਇਲ ਕਿੱਥੇ ਇੱਲ। ਜੇ ਕੋ ਕਹੇ ਨਾ ਵੀ ਕੋਈ ਫਰਕ ਨਹੀਂ ਜੀ, ਜਿਸ ਤਰ੍ਹਾਂ ਮਰਜ਼ੀ ਪੜ੍ਹੀ ਜਾਓ, ਸੰਥਿਆ ਲੈਣ ਦੀ ਲੋੜ ਨਹੀਂ, ਇਸ ਤਰ੍ਹਾਂ ਦੇ ਵੀ ਨਾਸਤਿਕ ਲੋਕ ਪ੍ਰਚਾਰ ਕਰਦੇ ਵੀ ਹੁਣ ਸੰਥਿਆ ਦੀ ਕੀ ਲੋੜ ਹੈ ਜੀ, ਇਹ ਤਾਂ ਐਵੇਂ ਲੋਕਾਂ ਨੇ ਬਣਾਈ ਹੋਈ ਗੱਲ ਹੈ। ਇਹ ਸਮੇਂ ਦਾ ਪ੍ਰਭਾਵ ਹੈ ਤੇ ਸੰਪਰਦਾਵਾਂ ਤੋਂ ਉਲਟ ਵਿਚਾਰਧਾਰਾ ਪੈਦਾ ਹੋ ਗਈਆਂ। ਕੁਝ ਸਾਡੀ ਸੰਪਰਦਾਵਾਂ ਦੇ ਵਿੱਚ ਗਲਤੀਆਂ ਕਰਨ ਵਾਲੇ ਲੋਕ ਆ ਬੜੇ। ਇਹ ਦੋਨੇ ਪਾਸਿਆਂ, ਦੋਨਾਂ ਹੱਥਾਂ ਨਾਲ ਤਾੜੀ ਵੱਜਦੀ ਹੈ। ਇਸ ਕਰਕੇ ਹੁਣ ਇਸ ਦਾ ਅੰਤਿਮ ਭਾਵ ਜਿਹੜਾ ਹੈ ਉਹ ਇਹਦੇ 'ਚ ਸਿੱਖਿਆ ਕੀ ਦਿੱਤੀ ਹੈ ਮਹਾਰਾਜ ਨੇ? ਸਿੱਖਿਆ ਦਿੱਤੀ ਹੈ ਮਨੁੱਖ ਨੂੰ, ਪ੍ਰਮਾਣ ਲਿਆ ਇੱਲ ਦਾ ਤੇ ਮਿਰਤਕ ਦਾ। ਆਓ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੰਤਰੀ ਭਾਵ ਜੀ ਦੱਸਦੇ ਨੇ, ਫਿਰ ਬੋਲੋ ਜੀ। ਫਿਰਦੀ ਫਿਰਦੀ ਦਹਿ ਦਿਸਾ, ਕਹਿੰਦੇ ਜਿਸ ਪ੍ਰਕਾਰ ਜਿਹੜਾ ਵੈਰਾਗੀ ਹੋ ਕੇ, ਇਹ ਮੰਦ ਵੈਰਾਗੀ ਦੀ ਗੱਲ ਕੀਤੀ ਆ ਅਸਲ ਦੇ ਵਿੱਚ। ਵੈਰਾਗੀ ਤਾਂ ਨਹੀਂ ਐਸਾ ਕਰਦਾ। ਮੰਦ ਵੈਰਾਗੀ ਜਿਹੜਾ ਘਰ-ਬਾਰ ਛੱਡ ਦਿੱਤਾ ਹੈ। ਨਾਰ ਮੂਏ ਘਰ ਸੰਪਤ ਨਾਸੀ, ਮੁੰਡ ਵੰਡਾਏ ਭਏ ਸੰਨਿਆਸੀ। ਕਿ ਜੀ ਚਲੋ ਧਨ ਨਾਸ ਹੋ ਗਿਆ, ਸਾਧ ਬਣ ਜਾਂਦੇ ਆ। ਜਿਹੜਾ ਤੂੰ ਗਰੀਬੀ ਦਾ ਮਾਰਾ ਸਾਧ ਬਣ ਲੱਗਿਆ, ਗਾਹਾਂ ਜਦੋਂ ਪਦਾਰਥ ਮਿਲ ਗਏ ਨਾ ਫਿਰ ਘਰਦਿਆਂ ਕੰਨੀ ਨੂੰ ਵੀ ਢੋਏਗਾ। ਫਿਰ ਇਸ ਕਰਕੇ ਇਹ ਮਾਰਗ ਐਸਾ ਨਹੀਂ ਸੀ। ਤੇ ਜਿਸ ਵੇਲੇ ਮੰਦ ਵਿਰਾਗੀ ਘਰ-ਬਾਰ ਛੱਡਦਾ ਹੈ, ਘਰ ਵਾਲੀ ਮਰ ਗਈ, ਕਹਿੰਦਾ ਜੀ ਚਲੋ ਹੁਣ ਨਿਆਣੇ ਤਾਂ ਮੈਥੋਂ ਪਾਲ ਨਹੀਂ ਹੋਣੇ, ਸਾਧ ਹੀ ਬਣ ਜਾਂਦੇ ਹੁਣ, ਇਹ ਤੇਰੀ ਜ਼ਿੰਮੇਵਾਰੀ ਨਹੀਂ। ਮੰਦ ਵਿਰਾਗੀ ਘਰ ਛੱਡ ਦਿੰਦਾ ਤੇ ਫਿਰ ਕਰਦਾ ਕੀ ਹੈ, ਉਹਦੇ ਬਾਰੇ ਕਥਨ ਕਰਦੇ। ਘਰ-ਬਾਰ ਛੱਡ ਕੇ ਤੇ ਮਹਾਰਾਜ ਸਾਹਿਬ ਕਹਿੰਦੇ ਫਿਰਦੀ ਫਿਰਦੀ ਦਹਿ ਦਸਾ, ਦਸੋ ਦਿਸ਼ਾ ਦੀ ਭਰਮਣ ਕਰਦੇ ਫਿਰਦੇ ਹੈ। ਤੇ ਹਮ ਤੋਂ ਵੀ ਆਸ਼ਰਮ ਨਹੀਂ ਬਣਾਤੇ, ਹਮ ਤੋਂ ਕੁਟੀਆ ਨਹੀਂ ਬਣਾਤੇ, ਹਮ ਤੋਂ ਤੁਰੇ ਫਿਰਦੇ ਹੈ, ਰਮਤਾ ਸਾਧੂ ਹੈ ਹਮ, ਐਸੇ ਹੁੰਦੇ ਸੀ, ਪਖੰਡ ਕਰਦੇ ਸੀ। ਫਿਰਦੀ ਫਿਰਦੀ ਦਹਿ ਦਸਾ, ਪੂਰਬ ਪੱਛਮ ਉੱਤਰ ਦੱਖਣ ਤੀਰਥਾਂ ਤੇ ਆਦ
ਤੇ ਦਸੋ ਦਿਸ਼ਾ ਦੇ ਵਿੱਚ ਇਉਂ ਭਰਮਣ ਕਰਦਾ ਵਿਰਾਗੀ ਹੋ ਕੇ। ਜਲ ਪਰਬਤ ਬਨ ਰਾਏ, ਤੇ ਫਿਰ ਕਿੱਥੇ ਕਿੱਥੇ ਜਾਂਦੇ ਆ? ਤੀਰਥਾਂ ਦੇ ਕਿਨਾਰੇ ਫਿਰਦੇ ਆ ਜਲ। ਕਦੇ ਪਰਬਤ ਪਹਾੜਾਂ ਦੇ ਵਿੱਚ ਜਾ ਕੇ ਰਹਿੰਦੇ ਆ, ਜਲ ਪਰਬਤ। ਤੇ ਫਿਰ ਇਸੇ ਤਰ੍ਹਾਂ ਬਨ ਰਾਏ, ਜੰਗਲਾਂ ਦੇ ਰਾਜਾ ਰੂਪ, ਭਾਵ ਮਹਾਨਤਾ ਵਾਲੇ ਬਣ ਨੇ ਜਿਹੜੇ। ਬਨ ਰਾਏ ਲਿਖਿਆ ਨਾ, ਜਿਵੇਂ ਮਨੁੱਖਾਂ ਦੇ ਵੀ ਕੋਈ ਰਾਜਾ ਹੁੰਦਾ ਹੈ, ਕੁਝ ਜੰਗਲ ਇਹੋ ਜਿਹੇ ਨੇ ਜਿਹਨਾਂ ਨੂੰ ਰਾਜਾ ਰੂਪ ਕਰਕੇ ਮੰਨ ਲਿਆ, ਬਨ ਰਾਏ। ਉਹ ਕੀ ਹੈ? ਮਧੂਬਨ ਹੈ, ਬਿੰਦਰਾਵਨ ਹੈ। ਤੇ ਇਸ ਪ੍ਰਕਾਰ ਦੇ ਉਹਨਾਂ ਦੇ ਵਿੱਚ ਜਾ ਕੇ ਬਨ ਰਾਏ, ਉਹਨਾਂ ਦੇ ਵਿੱਚ ਜਾਂ ਬਾਨਪ੍ਰਸਤੀ ਹੋ ਕੇ ਬਣਾ ਦੇ ਵਿੱਚ ਤੁਰਿਆ ਫਿਰਦਾ ਹੈ। ਇਉਂ ਫਿਰ ਦਸੋ ਦਿਸ਼ਾਵਾਂ ਦੇ ਵਿੱਚ ਇਹ ਫਿਰਦਾ ਹੋਇਆ, ਚੱਕਰ ਕੱਟਦਾ ਹੋਇਆ, ਤੇ ਫਿਰਦੀ ਫਿਰਦੀ ਦਹਿ ਦਸਾ ਇਹ ਜੀਵ ਸਾਸੀ ਇਲ ਦੀ ਤਰ੍ਹਾਂ ਭਰਮਣ ਕਰਦਾ ਰਹਿੰਦਾ ਹੈ। ਜਿੱਥੈ ਡਿਠਾ ਮਿਰਤ ਕੋ, ਚਿੱਤ ਦਾ ਟਿਕਾਉ ਨਹੀਂ ਹੈ। ਚਿੱਤ ਦਾ ਟਿਕਾਉ ਨਾ ਹੁੰਦਾ, ਇਸ ਕਰਕੇ ਫਿਰ ਫਲ ਸਰੂਪ ਕੀ ਹੈ? ਆਕਾਸ਼ ਨੂੰ ਚੜ ਗਿਆ। ਆਕਾਸ਼ ਨੂੰ ਕਿਵੇਂ ਚੜ ਗਿਆ? ਗ੍ਰਸਤੀ ਲੋਕ ਦੀ ਪੂਜਾ ਕਰਨ ਲੱਗੇ। ਇਹ ਜੀ ਵਿਰਾਗੀ ਹੈ, ਇਹ ਤਿਆਗੀ ਹੈ, ਇਹ ਸੰਨਿਆਸੀ ਹੈ, ਇਹ ਮਹਾਨ ਪੁਰਸ਼ ਹੈ, ਇਹ ਸੰਤ ਹੈ, ਇਹ ਰਿਸ਼ੀ ਹੈ, ਇਹ ਮੁਨੀ ਹੈ। ਪਰ ਜਿੱਥੇ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਵਿਸ਼ਿਆਂ ਦਾ ਦਾ ਲੱਗਿਆ, ਬਸ ਵਿੱਚ ਜਿਵੇਂ ਇੱਲ ਡਿੱਗਦੀ ਆ, ਐਂ ਡਿੱਗਦੀ ਆ। ਫਿਰ ਜਿੱਥੇ ਡਿੱਠਾ ਮਿਰਤ ਕੋ, ਜਿਨ੍ਹਾਂ ਦੇ ਘਰ ਦਾ ਖਾਣਾ ਉਹਨਾਂ ਦੀ ਥਾਲੀਆਂ ਛੇਕ ਕਰਦੇ ਆ, ਫਿਰ ਉਹਨਾਂ ਦੀਆਂ ਬਹੂ ਬੇਟੀਆਂ ਦੇ ਨਾਲ ਵਿਭਚਾਰ ਕਰਨ ਲੱਗ ਜਾਂਦੇ ਆ। ਇਹ ਮੁਰਦਾਰ ਤੇ ਡਿੱਗਣਾ ਹੈ। ਜਿੱਥੇ ਵਿਸ਼ਿਆਂ ਨੂੰ ਦੇਖਿਆ ਹੈ, ਇੱਲ ਬੈਠੀ ਆਏ, ਬਸ ਫਿਰ ਇੱਲ ਦੇ ਨਾਲੋਂ ਤੇ ਉਸ ਸੰਤ ਦੇ ਨਾਲੋਂ, ਜੋਗੀ ਕਹਾਉਣ ਨਾਲੋਂ ਕੋਈ ਫਰਕ ਨਹੀਂ ਹੈ। ਉਹਦੀ ਤਰ੍ਹਾਂ ਹੀ ਹੈ। ਕਹਿੰਦੇ ਐਵੇਂ ਨਾ ਦੇਖੋ ਵੀ ਭੇਖ ਚਮਕ ਲਿਆ, ਵੀ ਭਗਵੇਂ ਕੱਪੜੇ ਪਾਏ ਨੇ ਜੀ, ਖੜਾਮਾਂ ਪਾਈਆਂ ਨੇ, ਜਾਂ ਆਹ ਕੁਝ ਪਾਇਆ ਜੀ, ਜੜਾਵਾਂ ਨੇ ਸਿਰ ਦੇ ਉੱਤੇ। ਕਰਮ ਦੇਖੋ ਕੀ ਹੈ। ਜੜਾਵਾਂ ਕਰਮ ਨਹੀਂ ਹੈ, ਸ੍ਰੇਸ਼ਟ ਕਰਮ ਨਹੀਂ, ਇਹ ਤਾਂ ਬਨਾਵਟ ਹੈ ਉੱਪਰੋਂ। ਇਹ ਨਹੀਂ ਦੇਖਿਆ ਵੀ ਪੰਜੇ ਕਕਾਰ ਪਹਿਨੇ ਹੋਏ ਨੇ, ਕੋ ਕਰਮ ਦੇਖੋ ਕੀ ਕਰ ਰਹੇ। ਇੱਲ ਤਾਂ ਨਹੀਂ ਹੈ ਕਿਤੇ। ਉੱਥੇ ਇੱਲ ਦੀ ਤਰ੍ਹਾਂ ਫਿਰ ਦੁਬਾਰੇ ਬੋਲਦੇ, ਇੱਲ ਬੈਠੀ, ਇੱਲ ਬੈਠੀ ਆਏ, ਇੱਲ ਦੀ ਤਰ੍ਹਾਂ ਆ ਕੇ ਉੱਥੇ ਡਿੱਗ ਕੇ ਬੈਠ ਗਏ। ਇਹਦੇ ਵਾਸਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਸਨਾ ਤੋਂ, ਉਹਨਾਂ ਦੇ ਅੰਮ੍ਰਿਤ ਬਚਨਾਂ ਦੇ ਵਿੱਚ ਇੱਕ ਉਹ ਬਚਨ ਸੁਣਿਆ, ਕਹੇ ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼। ਜਿਸ ਵੇਲੇ ਪਾਉਣ ਦਾ ਬੁੱਲਾ ਹੁੰਦਾ ਨਾ, ਬਾਬਰੋਲਾ, ਧਰਤੀ ਤੇ ਪਿਆ ਜਿਹੜਾ ਕੱਖ ਹੈ, ਆਕਾਸ਼ ਨੂੰ ਚੜ ਜਾਂਦਾ ਹੈ, ਬਹੁਤ ਉੱਚਾ ਚਲਿਆ ਜਾਂਦਾ ਹੈ। ਹੁੰਦਾ ਕੀ ਹੈ? ਟਹਿੰਦਾ ਟਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ, ਡਿੱਗਦਾ ਡਿੱਗਦਾ ਅਖੀਰ ਨੂੰ ਧਰਤੀ ਤੇ ਆ ਡਿੱਗਿਆ। ਕਹਿੰਦੇ ਜਿੱਥੋਂ ਚੱਲਿਆ ਸੀ, ਜਿਹੜਾ ਗ੍ਰਸਤ ਛੱਡ ਕੇ ਸਾਧੂ ਪਣੇ ਨੂੰ ਕਹਿੰਦੇ ਲਾਹਣਤ ਆ, ਫਿਰ ਤੂੰ ਉੱਥੇ ਆ ਡਿੱਗਿਆ। ਜੇ ਤੂੰ ਵਿਸ਼ੇ ਵਗਾਰੇ ਭੋਜਨ ਭੋਗਣੇ ਸੀ, ਫਿਰ ਤੂੰ ਘਰ-ਬਾਰ ਕਾਹਨੂੰ ਛੱਡਣਾ ਸੀ ਬਈ? ਕਿਉਂ ਸਮਾਜ ਦੇ ਅੰਦਰ ਗੰਦ ਖਿਲਾਰਿਆ? ਫਿਰ ਇਸ ਕਰਕੇ ਸਾਧ ਸੰਗਤ ਜੀ, ਇਹ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਹੈ ਸਾਡਾ ਜੀਵਨ ਉੱਚਾ ਚੱਕਣ ਵਾਸਤੇ। ਦੇਖੋ ਤਿਲਕਣਬਾਜ਼ੀ ਹੈ, ਪੈਰ ਕਿਸੇ ਦਾ ਫਿਸਲ ਸਕਦਾ ਹੈ, ਮੇਰਾ ਫਿਸਲ ਸਕਦਾ, ਤੁਹਾਡਾ ਫਿਸਲ ਸਕਦਾ, ਪਰ ਪੈਰ ਫਿਸਲੇ ਤੋਂ ਡਿੱਗ ਜਾਣਾ, ਬਸਤਰ ਲਿਬੜ ਜਾਣੇ ਚਿੱਕੜ ਵਿੱਚ, ਇਹ ਤਾਂ ਚਿੱਕੜ ਦਾ ਵੀ ਕਸੂਰ ਹੋ ਸਕਦਾ ਹੈ ਤੇ ਸਾਡੇ ਪੈਰ ਨਾ ਸੰਭਲਣ ਦਾ ਕਸੂਰ ਵੀ ਹੋ ਸਕਦਾ ਹੈ। ਪਰ ਜੇ ਐਸਾ ਹੋ ਗਿਆ ਤਾਂ ਚਿੱਕੜ 'ਚ ਤਾਂ ਨਹੀਂ ਬੈਠੇ ਰਹਿਣਾ। ਉੱਠ ਕੇ ਨਹਾ ਕੇ ਚਿੱਕੜ ਲਾ ਲਓ, ਕੱਪੜੇ ਧੋ ਲਓ, ਦੁਬਾਰੇ ਸਵੱਛ ਕਰ ਲਓ। ਜੇ ਕੱਪੜੇ ਮੈਲੇ ਹੋ ਗਏ, ਧੋਤੇ ਵੀ ਤਾਂ ਜਾਂਦੇ ਆ। ਜੇ ਇਹੋ ਜਿਹੀ ਗਲਤੀ ਹੋ ਗਈ, ਮੁੜ ਕੇ ਫੇਰ ਸੁਧਾਈ ਕਰਾਓ, ਗੁਰੂ ਤੇ ਮਾਫੀ ਮੰਗੋ, ਤੇ ਦਰਗਾਹ 'ਚ ਨਾ ਮੂੰਹ ਕਾਲਾ ਕਰਾਓ ਫੇਰ ਜਾ ਕੇ। ਇਹ ਮਹਾਰਾਜ ਨੇ ਸਾਡਾ ਜੀਵਨ ਉੱਚਾ ਚੱਕਣ ਵਾਸਤੇ। ਤੇ ਚਲੋ ਸਾਧ ਸੰਗਤ ਜੀ, ਇਹ ਪਹਿਲੇ ਸ਼ਲੋਕ ਦੇ ਜਿਹੜੇ ਦੋਨੇ ਮਹੱਲੇ ਤੇ ਸ਼ਲੋਕ ਵਿੱਚ ਕਾਫੀ ਵਿਸਤਾਰ ਹੋ ਗਿਆ, ਤੇ ਅੱਜ ਥੋੜਾ ਜਿਹਾ ਸਮੇਂ ਅਨੁਸਾਰ ਹੀ ਆਪਾਂ ਸਮਾਪਤੀ ਕਰਨੀ ਹੈ। ਆਓ ਜਿਸ ਪ੍ਰਕਾਰ ਅੱਗੇ ਪੌੜੀ ਉਚਾਰਨ ਕਰਦੇ ਨੇ, ਸੁਣੋ ਜੀ। ਪੌੜੀ ਜਿਸ ਸਰਬ ਸੁਖਾ ਫਲ ਲੋੜੀਐ ਹੈ, ਜਿਸ ਪਰਮੇਸ਼ਰ ਤੋਂ ਸਰਬ ਸਾਰੇ ਧਰਮ ਅਰਥ ਕਾਮ ਮੋਖ, ਇਹ ਸੁੱਖਾਂ ਨੂੰ, ਇਹ ਸੁੱਖਾਂ ਦੇ ਫਲਾਂ ਨੂੰ ਲੋੜੀ ਹੈ, ਚਾਹੁੰਦੇ ਹੋ ਜਾਂ ਚਾਹਨਾ ਪੂਰੀ ਕਰਨੀ ਚਾਹੁੰਦੇ ਹੋ, ਚਾਹਨਾ ਪੂਰੀ ਹੁੰਦੀ ਹੈ ਇਹਨਾਂ ਦੇ ਕੋਲੋਂ। ਜਾਂ ਇਉਂ ਸਮਝ ਲਓ ਸਾਰੇ ਫਲ ਜਿੱਥੋਂ
ਇਹ ਪੂਰੇ ਹੁੰਦੇ ਹਨ। ਸੋ ਸੱਚ ਕਮਾਵੋ। ਜੇ ਤੁਸੀਂ ਚਾਹੁੰਦੇ ਆ ਫਿਰ ਸੱਚ ਸਰੂਪ ਨਾਮ ਹੈ ਪਰਮਾਤਮਾ ਦਾ। ਨਾਮ ਜਪੋ, ਨਾਮ ਦੇ ਅਧੀਨ ਸਾਰਾ ਸੰਸਾਰ ਹੈ। ਜਿਵੇਂ ਰੱਬ ਦੇ ਅਧੀਨ ਸਾਰਾ ਸੰਸਾਰ ਹੈ, ਪਦਾਰਥ ਵੀ ਸਭ ਕੁਝ ਨਾਮ ਦੇ ਅਧੀਨ ਹੈ। ਨਾਮ ਜਪਣ ਵਾਲੇ ਦੇ ਸਾਰੇ ਅਧੀਨ ਹੋ ਜਾਂਦੇ ਨੇ। ਤਾਂ ਸੱਚ ਨਾਮ ਦੀ ਕਮਾਈ ਕਰੋ। ਫਿਰ ਮਹਾਰਾਜ ਕਹਿੰਦੇ ਨੇੜੇ ਦੇਖੋ ਪਾਰ ਬ੍ਰਹਮ। ਇੱਕ ਤਾਂ ਪਰਮੇਸ਼ਰ ਨੂੰ ਕਿਤੇ ਦੂਰ ਨਾ ਜਾਣੋ। ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੋ, ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਹੈ। ਐਸਾ ਜਿਹੜਾ ਸਾਰਾ ਬੋਲ ਦੋ ਜੀ ਇੱਕ ਵਾਰੀ। ਇੱਕ ਨਾਮ ਧਿਆਵ। ਇੱਕ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੋ, ਜਿਸ ਕਰਕੇ ਪਾਰ ਬ੍ਰਹਮ ਪ੍ਰਮਾਤਮਾ ਨੂੰ ਨੇੜੇ ਕੋਲ ਹੀ ਦੇਖੋ, ਦੇਖ ਲਵੋਗੇ। ਜਿਹੜਾ ਹੁਣ ਕਹਿੰਦੇ ਵੀ ਰੱਬ ਪਤਾ ਨਹੀਂ ਕਿੱਥੇ ਰਹਿੰਦਾ, ਨੇੜੇ ਹੀ ਦੇਖ ਲਓਗੇ ਉਸ ਪਰਮੇਸ਼ਰ ਨੂੰ। ਹਰ ਵੇਲੇ ਆਪਣੇ ਨੇੜੇ ਕੋਲ ਹੀ ਦੇਖੋ, ਦੇਖਣਾ ਕਰੋ। ਜਦੋਂ ਰੱਬ ਨੂੰ ਕੋਲ ਖੜਾ, ਉਸ ਵੇਲੇ ਹਿੰਮਤ ਨਹੀਂ ਹੈ ਫਿਰ ਕੋਈ ਵੀ ਪਾਪ ਕਰਮ ਨਹੀਂ ਫਿਰ ਕਰੂਗਾ, ਕਿਉਂਕਿ ਰੱਬ ਦੀ ਦ੍ਰਿਸ਼ਟੀ 'ਚ ਕੋਈ ਕਮਾਈ ਵਾਲਾ ਮਹਾਂਪੁਰਖ ਸਿਰ ਤੇ ਖੜਾ ਹੋਵੇ, ਘਰ ਦੇ ਵਿੱਚ ਮਾਂ-ਬਾਪ ਸਿਰ ਤੇ ਖੜੇ ਹੋਣ, ਬੱਚਾ ਗਲਤੀ ਕਰਦਾ, ਉਹ ਕਹਿੰਦਾ ਮਾਂ ਦੇਖ ਰਹੀ, ਪਿਓ ਦੇਖ ਰਿਹਾ। ਅਸੀਂ ਤਾਂ ਕਰਦੀ ਗਲਤੀਆਂ ਇਸ ਕਰਕੇ ਆ ਵੀ ਸਾਨੂੰ ਕਿਹੜਾ ਕੋਈ ਦੇਖਦਾ ਹੈ। ਪਰ ਸਦ ਸੁਣਦਾ ਸਦ ਵੇਖਦਾ, ਜਿਹਨੇ ਸਜ਼ਾ ਦੇਣੀ ਉਹ ਤਾਂ ਦੇਖ ਰਿਹਾ। ਇਸ ਕਰਕੇ ਫਿਰ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੋ। ਔਰ ਫਿਰ ਨਿਮਰਤਾ ਕੈਸੀ ਧਾਰਨ ਕਰਨੀ ਹੈ ਉਹ ਦੱਸਦੇ ਹਨ। ਹੋਏ ਸਗਲ ਕੀ ਰੇਣਕਾ। ਕਹਿੰਦੇ ਕੱਲਾ ਨਾਮ ਧਿਆਉਣ ਦੇ ਨਾਲ ਵੀ ਗੱਲ ਨਹੀਂ ਬਣਨੀ। ਨਾਮ ਧਿਆਓ ਆਪਣੇ ਥਾਂ ਤੇ, ਨਾਮ ਮਹਾਨ ਹੈ। ਪਰ ਜੇ ਹਿਰਦੇ ਵਿੱਚ ਨਿਮਰਤਾ ਹੋਏਗੀ, ਵਾਹਿਗੁਰੂ ਦਾ ਪਿਆਰ ਹੋਏਗਾ, ਤਾਂ ਨਾਮ ਸਫਲਾ ਹੋਊਗਾ। ਸਾਰਿਆਂ ਦੇ ਚਰਨਾਂ ਦੀ ਕਹਿੰਦੇ ਰੇਣਕਾ ਧੂੜੀ ਹੋ ਜਾਓ। ਕਿਵੇਂ ਤਾਂ ਜੀ ਸਾਰਿਆਂ ਦੀ ਚਰਨ ਧੂੜ, ਇਹ ਨਿਸ਼ਚੇ ਨਾਲ ਹੋ ਜਾਓ। ਹਰ ਸੰਗ ਸਮਾਵੋ। ਇਹਦਾ ਫਲ ਹੋਏਗਾ ਕਿ ਹਰੀ ਪਰਮੇਸ਼ਰ ਵਾਹਿਗੁਰੂ ਦੇ ਸੰਗ ਨਾਲ ਸਮਾਵਾਓ, ਮਿਲ ਜਾਓਗੇ, ਅਭੇਦ ਹੋ ਜਾਓਗੇ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਐ ਦੁੱਖ ਨਾ ਦੇ ਕਿਸੈ ਜੀ। ਪਰ ਇੱਕ ਗੱਲ ਦਾ ਧਿਆਨ ਰੱਖੋ ਮੇਰੇ ਸ਼ਹਿਨशाह ਕਹਿੰਦੇ, ਆਪਣੀ ਜ਼ੁਬਾਨ ਦੇ ਸਵਾਦ ਵਾਸਤੇ ਦੇਖਿਓ ਕਿਸੇ ਜੀਵਾਂ ਦਾ ਘਾਤ ਨਾ ਕਰਿਓ। ਦੁੱਖ ਮਾਰਨਾ ਤਾਂ ਇੱਕ ਪਾਸੇ ਰਿਹਾ, ਕਿਸੇ ਜੀਵ ਨੂੰ ਕੋਹਣਾ ਤਾਂ ਇੱਕ ਪਾਸੇ ਰਿਹਾ। ਕਹਿੰਦੇ ਜੀਵਾਂ ਨੂੰ ਦੁੱਖ ਨਾ ਦਿਓ, ਤਕਲੀਫ ਨਾ ਦਿਓ ਕਿਸੇ ਨੂੰ, ਦੁੱਖ ਨਾ ਦੇ ਕਿਸੇ ਜੀ। ਕਿਸੇ ਪ੍ਰਕਾਰ ਦੇ ਵੀ ਜਿਉਂਦਿਆਂ ਨੂੰ ਦੁੱਖ ਦੇਣਾ, ਜਿਉਂਦਿਆਂ ਨੂੰ ਭੁੱਖੇ ਪਿਆਸੇ ਰਹਿਣਾ, ਪਸ਼ੂਆਂ ਪੰਛੀਆਂ ਨੂੰ, ਜਾਂ ਜਾਣ ਬੁੱਝ ਕੇ ਕਿਸੇ ਨੂੰ ਤੰਗ ਕਰਨਾ, ਚਾਹੇ ਮਨੁੱਖ ਹੈ ਚਾਹੇ ਪਸ਼ੂ ਪੰਛੀ। ਕਹਿੰਦੇ ਦੁੱਖ ਨਹੀਂ ਦੇਣਾ ਕਿਸੇ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਇਸ ਕਰਕੇ ਦੁੱਖ ਨਾ ਦਿਓ ਕਿਸੇ ਜੀਵ ਨੂੰ। ਕਹਿੰਦੇ ਮਹਾਰਾਜ ਜੀ ਦਾ ਫਿਰ ਫਲ ਕੀ ਹੋਊਗਾ? ਗੁਰੂ ਅਰਜਨ ਦੇਵ ਜੀ ਫਲ ਦੱਸਦੇ ਹਨ। ਪਤ ਸਿਓ ਘਰ ਜਾਵ। ਪਤ ਨਾਮ ਇੱਜ਼ਤ ਹੈ। ਤੁਹਾਡੀ ਦਰਗਾਹ 'ਚ ਬੇਇੱਜ਼ਤੀ ਨਹੀਂ ਹੋਏਗੀ, ਇੱਜ਼ਤ ਨਾਲ ਆਪਣੇ ਘਰ ਚਲੇ ਜਾਓਗੇ। ਇਹਨੂੰ ਪਤ ਬੋਲਣਾ, ਪੱਤ ਨਹੀਂ ਬੋਲਣਾ। ਤੇ ਇਸ ਕਰਕੇ ਪਤ ਸਿਉ ਕਰ ਜਾਵੋ, ਜਿਹੜੀ ਇੱਜ਼ਤ ਦੇ ਨਾਲ ਜਾਓਗੇ। ਮਹਾਰਾਜ ਸਾਹਿਬ ਜੀ ਕਹਿੰਦੇ ਇੱਜ਼ਤ ਹੋਏਗੀ ਤੁਹਾਡੀ ਪ੍ਰਲੋਕ ਵਿੱਚ। ਪਤਿਤ ਪੁਨੀਤ ਕਰਤਾ ਪੁਰਖ। ਜੋ ਪਤਿਤ ਡਿਗੇ ਹੋਏ ਪਾਪੀ ਲੋਕ ਨੂੰ, ਉਹਨਾਂ ਨੂੰ ਪੁਨੀਤ ਪਵਿੱਤਰ ਕਰਨ ਵਾਲਾ ਕਰਤਾ ਕਰਤਾਰ ਹੈ, ਪੁਰਖ ਪੂਰਨ ਹੈ ਪਰਮੇਸ਼ਰ। ਸਤਿਗੁਰੂ ਮਹਾਰਾਜ ਸਾਹਿਬ ਜੀ ਦੱਸਦੇ ਨੇ ਫਿਰ ਅੱਗੇ, ਨਾਨਕ ਸੁਣਾਵੋ। ਸਤਿਗੁਰੂ ਜੀ ਕਥਨ ਕਰਦੇ ਨੇ ਉਸ ਦੇ ਜਸ ਨੂੰ। ਇਹ ਵੀ ਨਹੀਂ ਵੀ ਇਕੱਲੇ ਨੇ ਜਪੀ ਜਾਣਾ, ਸਤ ਸੰਗਤ ਵਿੱਚ ਬੈਠੋ, ਉਸ ਦੇ ਜਸ ਨੂੰ ਸੁਣਾਵੋ ਜੇ ਸੁਣਾਉਣਾ ਆਉਂਦਾ, ਤੇ ਨਹੀਂ ਫਿਰ ਸੁਣੋ। ਇਸ ਕਰਕੇ ਸੁਣਨ ਦੇ ਲਈ ਆਉਣਾ ਕਰੋ ਫਿਰ, ਤੇ ਹੋਰਨਾਂ ਨੂੰ ਜਸ ਕਰਕੇ ਸੁਣਾਓ। ਇਹ ਕਰਤਵ ਗੁਰਸਿੱਖ ਕਰਨ। ਇਹ ਗੁਰੂ ਅਰਜਨ ਦੇਵ ਜੀ ਦਾ ਦਰਗਾਹੀ ਹੁਕਮ ਹੈ। ਸ਼ਲੋਕ ਦੋਹਾ ਮਹੱਲਾ ਪੰਜਵਾ। ਹੁਣ ਦੇਖੋ ਦੋਹੇ ਦੇ ਨਾਲ ਸ਼ਲੋਕ ਵੀ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਦੋਹਾ ਅਤੇ ਦੋਹਾ ਨਾਮ ਦੋਹਰੇ ਦਾ ਹੁੰਦਾ ਹੈ। ਦੋਹਰਾ ਅਤੇ ਸ਼ਲੋਕ ਦੋਨਾਂ ਦਾ ਉਚਾਰਨ ਕਰਦੇ ਆ। ਸ਼ਲੋਕ ਤੇ ਦੋਹਾ ਦੋਨੇ ਇਕੱਤਰ ਕਰ ਦਿੱਤੇ ਇਹਦੇ ਵਿੱਚ।
ਦੋਹੇ ਦੀ ਚਾਲ ਤੇ ਸ਼ਲੋਕ ਦੀ, ਭਾਵੇਂ ਬਹੁਤਾ ਫਰਕ ਨਹੀਂ ਹੁੰਦਾ ਇਹਨਾਂ ਦਾ। ਇਹੋ ਮਹਾਰਾਜ ਸਾਹਿਬ ਨੇ ਦੋਨਾਂ ਦੀ ਚਾਲ ਇਹਦੇ ਵਿੱਚ ਰੱਖੀ ਹੈ। ਏਕ ਜੇ ਸਾਜਨ ਮੈਂ ਕੀਆ, ਹੇ ਭਾਈ, ਏਕ ਇੱਕੋ ਜਿਹੜਾ ਅਕਾਲ ਪੁਰਖ ਹੈ, ਅਦਵੈਤ ਸਰੂਪ ਜੋ ਹੈ, ਤੇ ਉਹਨੂੰ ਮੈਂ ਆਪਣਾ ਲੋਕ ਪਰਲੋਕ ਦਾ ਸਾਜਨ ਸੱਜਣ ਬਣਾਉਣਾ ਕੀਤਾ ਹੈ। ਏਕ ਜੇ ਸਾਜਨ ਮੈਂ ਕੀਆ, ਮੈਂ ਇੱਕੋ ਹੀ ਸੱਜਣ ਕੀਤਾ ਹੈ। ਮੈਂ ਦੇਵੀ ਦੇਵਤਿਆਂ ਨੂੰ ਸੱਜਣ ਨਹੀਂ ਬਣਾਇਆ, ਮੈਂ ਪਖੰਡੀਆਂ ਨੂੰ ਸੱਜਣ ਨਹੀਂ ਬਣਾਇਆ, ਮੈਂ ਇੱਕੋ ਗੁਰੂ ਨਾਨਕ ਨੂੰ ਆਪਣਾ ਸੱਜਣ ਬਣਾਇਆ ਹੈ। ਮੇਰਾ ਇੱਕੋ ਹੀ ਅਕਾਲ ਪੁਰਖ ਸੱਜਣ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ, ਉਹ ਤਾਂ ਮੇਰੇ ਨੇੜੇ ਤੋਂ ਨੇੜੇ ਖੜਾ ਹੈ, ਜੋ ਉਹ ਹੈ ਮੇਰਾ ਸੱਜਣ। ਸਰਬ ਕਲਾ ਸਮਰੱਥ, ਸਾਰੀਆਂ ਸ਼ਕਤੀਆਂ ਵਿੱਚ ਸਮਰੱਥ ਹੈ, ਜਣੇ ਬਲਵਾਨ ਹੈ। ਸਮਰੱਥ ਦਾ ਅਰਥ ਹੁੰਦਾ ਬਲਵਾਨ। ਸਾਰੀਆਂ ਸ਼ਕਤੀਆਂ ਉਹਦੇ ਵਿੱਚ ਹਨ। ਜੀਉ ਹਮਾਰਾ ਖੰਨੀਐ, ਸਾਡਾ ਜੀਵ ਉਸ ਪਰਮੇਸ਼ਰ ਦੇ ਤਾਈਂ ਖੰਨੀਆਂ ਟੁਕੜੇ ਟੁਕੜੇ ਹੋ ਜਾਵੇ, ਬਾ ਖੰਨੀਆਂ ਸਦਕੇ ਜਾਵੇ ਜੇ ਕੁਰਬਾਨ ਕਰ ਦਈਏ। ਹਰ ਮਨ ਤਨ ਸੰਦੜੀ ਵਥ, ਤੇ ਹਰੀ ਪਰਮੇਸ਼ਰ ਸਾਡੇ ਮਨ ਤੇ ਤਨ ਸਰੀਰ, ਜਾਂ ਫਿਰ ਮਨ ਹਿਰਦੇ ਤਨ ਸਰੀਰ, ਸੰਦੜੀ ਦਾ ਅਰਥ ਹੈ ਦੀ, ਬਥ ਵਸਤੂ ਹੈ। ਅਗੇ ਜੀ ਇਹ ਕਿਵੇਂ ਕਹਿਤਾ ਤੁਸੀਂ ਵੀ ਉਹ ਵਸਤੂ ਹੈ? ਇੱਕ ਪਾਸੇ ਤਾਂ ਉਹਨੂੰ ਕਿਹਾ ਜਾਂਦਾ ਵੀ ਉਹ ਵਸਤੂਆਂ ਚ ਆਉਂਦਾ ਹੀ ਨਹੀਂ। ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਦੇਸ਼ਾਂ ਦੀ ਵੰਡ ਚ ਨਹੀਂ ਆਉਂਦਾ, ਸਮੇਂ ਦੀ ਵੰਡ ਚ ਨਹੀਂ ਆਉਂਦਾ, ਵਸਤੂਆਂ ਦੀ ਵੰਡ ਚ ਨਹੀਂ ਆਉਂਦਾ, ਤੁਸੀਂ ਵਸਤੂ ਕਹਿ ਦਿੱਤਾ ਉਹਨੂੰ। ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹਦੇ ਚ ਸਜਾਤੀ ਵਿਜਾਤੀ ਸੁਗਤ ਭੇਦ ਨਾ ਤਾਂ ਇਹ ਉਹਦੇ ਵਿੱਚ ਸਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਇੱਥੇ ਸਾਧ ਸੰਗਤ ਸਮਝਣ ਵਾਸਤੇ ਗੁਰਬਾਣੀ ਦੇ ਵਿੱਚ ਵੇਦਾਂ ਸ਼ਾਸਤਰਾਂ 'ਚ ਰੱਬ ਨੂੰ ਦੋ ਵਸਤੂਆਂ ਦੀ ਕਲਪਨਾ ਕੀਤੀ ਜਾਂਦੀ ਹੈ, ਦੋ ਰੂਪ ਉਹਦੇ ਕਹੇ ਜਾਂਦੇ ਨੇ। ਇੱਕ ਨਿਰਗੁਣ ਆਪ ਸਰਗੁਣ ਪਿਓਹੀ, ਨਿਰਗੁਣ ਤੇ ਸਰਗੁਣ ਵਸਤ ਮੰਨ ਕੇ ਇਹ ਉਹਦੀ ਗੱਲ ਹੈ। ਇਸ ਕਰਕੇ ਉਹ ਸਾਡੇ ਮਨ ਦੇ ਵਿੱਚ ਐਸਾ ਪਰਮੇਸ਼ਰ ਦੀ ਨਾਮ ਵਸਤੂ ਸਾਡੇ ਹਿਰਦੇ 'ਚ ਬਸੀ, ਨਿਰਾਕਾਰ ਜਾਂ ਸਰਗੁਣ ਸਰੂਪ ਵਸਿਆ ਹੈ। ਤੇ ਇਸ ਕਰਕੇ ਇਹਨੂੰ ਸਮਰੱਥ ਕਹਿਣਾ ਤੇ ਇਹਨੂੰ ਬਥ ਕਹਿਣਾ ਹੈ। ਇਹ ਪਾਠਾਂ ਦੇ ਨਾਲ ਨਾਲ ਭੇਦ ਵੀ ਸਮਝਣੇ। ਹਾਂਜੀ ਅੱਗੇ ਚਲੋ ਜੀ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ ਹਨ। ਜੇਕਰ ਗਹਿ ਪਿਆਰੜੇ, ਹੇ ਪਿਆਰੇ ਪਰਮੇਸ਼ਰ, ਜੇਕਰ ਤੁਸੀਂ ਸਾਡੇ ਮਨ ਰੂਪੀ ਕਰ ਹੱਥ ਨੂੰ ਗਾਹੇ ਪਕੜ ਲਵੋ ਮਹਾਰਾਜ ਕਿਰਪਾ ਕਰਕੇ, ਤੁਧ ਨਾ ਛੋਡਾ ਮੂਲ, ਤਾਂ ਫਿਰ ਅਸੀਂ ਤੁਹਾਨੂੰ ਮੂਲ ਉੱਕਾ ਹੀ ਕਦਾਚਿਤ ਨਹੀਂ ਛੱਡਾਂਗੇ। ਹਰ ਵੇਲੇ ਤੇਰੇ ਨਾਲ ਜੁੜੇ ਰਹਾਂਗੇ। ਇੱਕ ਵਾਰੀ ਤੂੰ ਸਾਡਾ ਮਨ ਰੂਪੀ ਹੱਥ ਫੜਤਾ ਲੈ। ਇਹ ਅਜੇ ਤਾਂ ਪਦਾਰਥਾਂ ਦਾ ਫੜਿਆ ਹੋਇਆ ਹੈ, ਅਜੇ ਸਾਡੇ ਮਨ ਨੂੰ ਮਾਇਆ ਨਹੀਂ ਫੜਿਆ ਹੋਇਆ। ਮਾਇਆ ਤੋਂ ਛਡਾ ਕੇ ਆਪਣੇ ਕਿਰਪਾ ਰੂਪੀ ਹੱਥ ਨਾਲ ਫੜ ਲੈ। ਕਿੰਨਾ ਸੁੰਦਰ ਉਪਦੇਸ਼ ਹੈ ਮਹਾਰਾਜ ਦਾ। ਇਸ ਵੇਲੇ ਜੇ ਤੂੰ ਫੜ ਲਵੇਂ, ਹਰ ਛੋਡਨ ਸੇ ਦੁਰਜਨਾ, ਇਹ ਹਰੀ ਪਰਮੇਸ਼ਰ ਜਿਹੜੇ ਤੈਨੂੰ ਛੱਡ ਦਿੰਦੇ ਆ ਉਹ ਦੁਰਜਨ ਖੋਟੇ ਪੁਰਸ਼ ਨੇ, ਜਿਹੜੇ ਤੈਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ ਮੰਨਦੇ ਆ। ਉਹ ਫਿਰ ਅੰਤ ਨੂੰ ਪੜਹਿ ਦੋਜਕ ਕਹਿ ਸੂਲ, ਉਹ ਤਾਂ ਦੋਜਕ ਨਰਕਾਂ ਦੇ ਸੂਲ ਦੁੱਖਾਂ ਵਿੱਚ ਪੜਹਿ ਪੈ ਜਾਣਗੇ, ਉਹਨਾਂ ਨੂੰ ਉੱਥੇ ਪਏ। ਇਹ ਜਿਹੜਾ ਸਾਧ ਸੁਣੀ ਸ਼ਬਦ ਹੈ, ਜਿਵੇਂ ਦੇਹੜੀ ਦੇ ਉੱਤੇ ਦੀਵਾ ਰੱਖ ਦਈਏ, ਉਹਦਾ ਚਾਨਣਾ ਵਿਹੜੇ 'ਚ ਵੀ ਜਾਂਦਾ ਤੇ ਘਰ ਦੇ ਵਿੱਚ ਵੀ ਜਾਂਦਾ। ਕੁਛ ਇਹੋ ਜਿਹੇ ਸ਼ਬਦ ਨੇ ਮਹਾਰਾਜ ਦੇ ਦੇਹੜੀ ਦੀਪਕ ਦੀ ਨਿਆਈ, ਜਿਨ੍ਹਾਂ ਦਾ ਚਾਨਣਾ ਦੋਨਾਂ ਪੱਖਾਂ 'ਚ ਹੈ। ਉਹਦਾ ਨਿਜ ਘਰ ਰੂਪ ਵੀ ਜਿਹੜਾ ਆਪਣਾ ਹਿਰਦਾ ਰੂਪੀ ਘਰ ਹੈ, ਉਹਦੇ 'ਚ ਵੀ ਚਾਨਣਾ ਦਿੰਦੇ ਆ। ਉਹਦਾ ਚਾਨਣਾ ਤਾਂ ਇਹ ਹੈ ਜਿਹੜਾ ਆਪਣੀ ਅਰਥ ਸੁਣ ਲਏ। ਹੁਣ ਬਾਹਰ ਵਿਹੜਾ ਜਿਹੜਾ ਉਹ ਹੈ ਸੰਸਾਰ। ਸੰਸਾਰ ਦੇ ਵਿਹੜੇ 'ਚ ਕਈ ਲੋਕ ਵਿਹੜੇ 'ਚ ਬੈਠੇ ਹੁੰਦੇ ਨੇ, ਕਈ ਘਰ ਦੇ ਵਿੱਚ ਅੰਦਰ ਬੈਠੇ ਹੁੰਦੇ ਨੇ। ਚਾਨਣੇ ਦੀ ਤਾਂ ਲੋੜ ਦੋਨਾਂ ਨੂੰ ਹੀ ਹੈ ਨਾ। ਵਿਹੜਾ ਸੰਸਾਰ, ਇਹਦੇ ਵਿੱਚ ਜਦੋਂ ਪਤੀ ਪਤਨੀ ਦਾ, ਲੜਕੇ ਲੜਕੀ ਦਾ ਪਤੀ ਪਤਨੀ ਦੇ ਰੂਪ ਦੇ ਵਿੱਚ ਧਰਮ ਦੀਆਂ ਰਸਮਾਂ ਦੇ ਨਾਲ ਸਮਾਜ ਉਹਨਾਂ ਦਾ ਵਿਆਹ ਕਰਦਾ ਹੈ, ਇਹ ਉਸ ਵੇਲੇ ਦਾ ਉਪਦੇਸ਼ ਵੀ ਹੈ ਨਾਲ। ਇਹ ਵਿਹੜੇ 'ਚ ਜਾਣਨਾ ਹੈ ਕਿ ਉਸ ਵੇਲੇ ਧਰਮ ਦੀ ਰਸਮ ਹੈ ਕਿ ਲੜਕੀ ਨੂੰ, ਔਰਤ ਨੂੰ ਲਾੜੇ ਦਾ ਲੜ ਫੜਾਇਆ ਜਾਂਦਾ ਹੈ, ਉਹ ਫੜਦੀ ਹੈ। ਤੇ ਉਸ ਵੇਲੇ ਦਾ ਇੱਕ ਪਰਨ ਹੈ ਪਤਨੀ ਦਾ। ਦੁਬਾਰੇ ਬੋਲੋ ਜੀ ਹੁਣ ਪਰਨ ਵਾਲਾ।
ਜੇਕਰ ਗਹਿ ਪਿਆਰੜੇ। ਤੇ ਉਸ ਵੇਲੇ ਪਤਨੀ ਕਹਿੰਦੀ ਹੈ, ਜੇ ਮੈਂ ਤੇਰਾ ਕਰ ਹੱਥ ਫੜਿਆ ਨਾ, ਜੇਕਰ ਗਹਿ ਮੈਂ ਗ੍ਰਹਿਣ ਕਰ ਲਿਆ, ਮੇਰੇ ਪਿਤਾ ਨੇ ਤੇਰਾ ਹੱਥ ਫੜਾ ਦਿੱਤਾ, ਲੜ ਫੜਾ ਦਿੱਤਾ ਹੈ। ਜੇਕਰ ਕਰ ਨਾਮ ਹੱਥ ਦਾ, ਜੇ ਮੈਂ ਇਹ ਤੇਰਾ ਅੱਜ ਹੁਣ ਮੈਂ ਹੱਥ ਪਕੜਿਆ ਹੈ, ਜੇਕਰ ਗਹਿ ਪਿਆਰੜੇ, ਹੇ ਪਿਆਰੇ ਪਤੀ, ਜੇ ਮੈਂ ਤੇਰਾ ਲੜ ਫੜਿਆ ਹੈ, ਤੁਧ ਨ ਛੋਡਾ ਮੂਲ। ਮੈਂ ਰੱਬ ਨੂੰ ਜਾਮਨ ਸਮਝ ਕੇ ਇੱਕ ਪਰਨ ਕਰਦੀ ਹਾਂ ਕਿ ਮਰਨ ਤੱਕ ਮੈਂ ਇਹ ਲੜ ਛੱਡਾਂਗੀ ਨਹੀਂ, ਕਿਉਂਕਿ ਧਰਮ ਦਾ ਲੜ ਫੜ ਲਿਆ, ਇਹ ਪਰਨ ਕਰ ਲਿਆ ਹੈ। ਮੈਂ ਤੇਰੇ ਦੁੱਖ ਵਿੱਚ, ਤੇਰੇ ਸੁੱਖ ਵਿੱਚ ਤੇਰਾ ਸਾਥੀ ਬਣ ਕੇ ਰਹਾਂਗੀ, ਛੱਡਾਂਗੀ ਨਹੀਂ ਤੈਨੂੰ। ਜਿਵੇਂ ਸੀਤਾ ਨੇ 14 ਸਾਲ ਬਨਵਾਸ ਦੇ ਵਿੱਚ ਵੀ ਰਾਮ ਜੀ ਦਾ ਜਿਹੜਾ ਪੱਲਾ ਨਹੀਂ ਛੱਡਿਆ, ਉਹਨੂੰ ਤਾਂ ਕਿਸੇ ਨੇ ਬਨਵਾਸ ਨਹੀਂ ਸੀ ਦਿੱਤਾ। ਜਨਕ ਤਾਂ ਧਾਹਾਂ ਮਾਰ ਮਾਰ ਕੇ, ਜਿਹਦੀ ਪੁੱਤਰੀ ਸੀ ਉਹ ਵੀ ਰੋਂਦਾ ਸੀ, ਮੇਰੀ ਪੁੱਤਰੀ ਜੰਗਲ ਵਿੱਚ ਚਲੀ ਗਈ। ਦਸ਼ਰਥ ਰੋਂਦਾ ਸੀ, ਮੇਰੀ ਨੂੰਹ ਜੰਗਲ ਵਿੱਚ ਜਾ ਰਹੀ ਹੈ, ਜਿਹਦਾ ਕਸੂਰ ਕੋਈ ਨਹੀਂ। ਰੋ ਰੋ ਕੇ ਕਹਿੰਦਾ ਸੀ, ਧੀਏ ਜਿੱਦਣ ਤੈਨੂੰ ਵਿਆਹ ਕੇ ਲਿਆਇਆ ਸੀ ਨਾ, ਉਦਣ ਮੈਂ ਜਨਕ ਨੂੰ ਰੋਂਦੇ ਨੂੰ ਉਹਦੇ ਹੰਝੂ ਪੋਚੇ, ਮੈਂ ਕਿਹਾ ਸੀ ਜਨਕ ਰੋ ਨਾ, ਅੱਜ ਤੋਂ ਬਾਅਦ ਸੀਤਾ ਤੇਰੀ ਨਹੀਂ ਮੇਰੀ ਧੀ ਹੈ। ਮੇਰਾ ਪੁੱਤ ਤਾਂ ਜਾ ਰਿਹਾ ਹੈ ਜੰਗਲ ਵਿੱਚ, ਇਹ ਤਾਂ ਮੇਰੀ ਬੇਬਸੀ ਹੈ, ਮੈਂ ਬਚਨ ਦੇ ਬੈਠਾ। ਅਚਾਨਕ ਮੈਨੂੰ ਕੀ ਪਤਾ ਸੀ ਦੁਸ਼ਟ ਇਸਤਰੀ ਮੈਨੂੰ ਇਹੋ ਜਿਹਾ ਦੁੱਖ ਦੇਗੀ, ਤੂੰ ਕੀ ਜਾਣੀ ਹੈ। ਸੀਤਾ ਨੇ ਹੱਥ ਜੋੜ ਕੇ ਕਿਹਾ ਸੀ, ਪਿਤਾ ਮੈਨੂੰ ਇਹ ਦੱਸੋ, ਮੈਂ ਇਸ ਘਰ ਵਿੱਚ ਆਈ ਹਾਂ ਜਿੱਥੇ ਸਾਰੇ ਲੋਕ ਧਰਮ ਦੀ ਪਾਲਣਾ ਕਰ ਰਹੇ ਨੇ, ਤੁਸੀਂ ਆਪਣਾ ਬਚਨ ਦਿੱਤਾ ਹੈ, ਮਾਂ ਨੂੰ ਉਹਦੀ ਪਾਲਣਾ ਕਰਦੇ ਹੋ, ਧਰਮ ਪਾਲਦੇ ਹੋ। ਮੇਰਾ ਪਤੀ ਪਿਤਾ ਦੀ ਆਗਿਆ ਰੂਪ ਧਰਮ ਪਾਲ ਰਿਹਾ ਹੈ, ਤੇ ਫਿਰ ਮੈਂ ਪਤਨੀ ਹੋਣ ਦੇ ਨਾਤੇ ਮੈਨੂੰ ਧਰਮ ਪਾਲਣ ਦਿਓ, ਕਿਉਂਕਿ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੋਖ ਬਿਹਾਦ। ਇਸ ਕਰਕੇ ਪਿਤਾ ਮੈਨੂੰ ਰੋਕੋ ਨਾ, ਧਰਮ ਪਾਲਣ ਦਿਓ। ਇਉਂ ਸਾਸ ਨਹੀਂ, ਕਦਾਚਿਤ ਮੈਂ ਤੈਨੂੰ ਛੱਡਾਂਗੀ ਨਹੀਂ। ਤੇ ਫਿਰ ਅੱਗੋਂ ਪਤੀ ਕਹਿੰਦਾ, ਜੇ ਤੇਰਾ ਐਡਾ ਦ੍ਰਿੜ ਵਿਸ਼ਵਾਸ ਹੈ ਤਾਂ ਫਿਰ ਲੈ ਮੈਨੂੰ, ਮੈਂ ਵੀ ਇੱਕ ਪਰਨ ਕਰਦਾ ਹਾਂ। ਹਰ ਛੋਡਨ ਸੇ ਦੁਰਜਨਾ। ਮੈਂ ਰੱਬ ਨੂੰ ਜਾਮਨ ਸਮਝ ਕੇ ਮੈਂ ਇੱਕ ਪਰਨ ਕਰਦਾ ਵੀ ਤੇਰੇ ਵਰਗੀਆਂ ਐਸੀਆਂ ਸਤਬੰਤੀਆਂ ਨੂੰ, ਤੇਰੇ ਵਰਗੀਆਂ ਬੇਕਸੂਰ, ਅਗਰ ਤੈਨੂੰ ਬੇਕਸੂਰ ਨੂੰ ਮੈਂ ਛੱਡਾਂ ਤਾਂ ਹਰੀ ਪਰਮੇਸ਼ਰ ਜਾਮਨ ਹੈ। ਹਰ ਛੋਡਣ, ਜੇ ਮੈਂ ਤੈਨੂੰ ਛੱਡਾਂ, ਹਰੀ ਪਰਮੇਸ਼ਰ ਜਾਮਨ ਹੈ। ਹਰ ਛੋਡਣ ਸੇ ਦੁਰਜਨਾ, ਮੈਨੂੰ ਖੋਟਾ ਪੁਰਸ਼ ਜਾਣ ਕੇ, ਬੋਲਦੀ ਹੋ ਕੇ ਪੜ੍ਹ ਹੈ ਦੋਜਕ ਕੈ ਸੂਲ। ਮੈਨੂੰ ਮੇਰਾ ਰੱਬ ਖੋਟਾ ਪੁਰਸ਼ ਜਾਣ ਕੇ ਨਰਕਾਂ 'ਚ ਸੁੱਟੇ ਮੈਨੂੰ। ਭਾਵ ਕੀ ਹੈ, ਜੇ ਤੂੰ ਦ੍ਰਿੜ ਮੈਂ ਵੀ ਦ੍ਰਿੜ। ਇਹੋ ਜਿਹਾ ਗਿਆਨ ਜਿੰਨਾ ਚਿਰ ਔਰਤਾਂ ਤੇ ਮਰਦਾਂ ਵਿੱਚ ਰਿਹਾ, ਜਿੰਨਾ ਚਿਰ ਅਮਲ 'ਚ ਰਿਹਾ, ਉਨਾ ਚਿਰ ਆ ਜਿਹੜੇ ਤਲਾਕ ਨਾਮ ਦੀ ਕੋਈ ਵਸਤੂ ਨਹੀਂ ਸੀ ਸਾਡੇ ਸਮਾਜ ਵਿੱਚ। ਅੱਜ ਤਾਂ ਕੱਚ ਦੀਆਂ ਵੰਗਾਂ ਨਾ, ਕੋਈ ਪਤਾ ਹੀ ਨਹੀਂ ਲੱਗਦਾ ਕਿਸ ਵੇਲੇ ਕਦੋਂ ਹੋਵੇ। ਇਸ ਕਰਕੇ ਇਹ ਸਿੱਖਿਆ ਬਾਹਰ ਦੀ ਵੀ ਹੈ। ਮਹਾਰਾਜ ਸਾਹਿਬ ਨੇ ਇਹ ਦੋਨਾਂ ਪੱਖਾਂ ਦੀ ਸਿੱਖਿਆ ਦਿੱਤੀ ਹੈ। ਇਹੋ ਜਿਹੇ ਵਿਆਹ ਪੱਛਮ ਦੇ ਇਲਾਕੇ ਵਿੱਚ, ਪੱਛਮ ਦੇ ਦੇਸਾਂ, ਹੁਣ ਤਾਂ ਇੱਥੇ ਵੀ ਸਾਰੇ ਕੁੜੀ ਤੇਰੀ ਫਿਰ ਗਈ। ਆਨੰਦ ਕਾਰਜਾਂ ਤੇ ਲੜਕੀ ਬੈਠੀ ਹੈ, ਪਹਿਲਾਂ ਵਾਕਫੀਅਤ ਤੇ ਹੁੰਦਾ ਹੀ ਹੈ, ਬੱਚਿਆਂ ਦਾ ਅੱਜ ਕੱਲ੍ਹ ਇਹੋ ਜਿਹਾ ਹੈ, ਉਹ ਬੁਲਾਈ ਜਾਵੇ, ਉਹਨੂੰ ਪਤਾ ਸੀ ਵੀ ਗੁਰਦੁਆਰੇ ਆਨੰਦ ਕਾਰਜਾਂ 'ਚ ਬੋਲੀ ਦਾ ਨਹੀਂ, ਉਹ ਬੋਲੇ ਨਾ। ਉਹ ਬੈਠੀ ਬੈਠੀ ਨੂੰ ਗੁੱਸਾ ਆ ਗਿਆ, ਬਾਹਰ ਨਿਕਲ ਕੇ ਕਹਿੰਦੀ, ਆਹ ਫੜ ਤੇਰਾ ਜਿਹੜਾ ਲੜ ਫੜਿਆ, ਤੂੰ ਤਾਂ ਹੁਣੇ ਨਹੀਂ ਬੋਲਦਾ, ਕਿ ਘਰ ਜਾ ਕੇ ਕੀ ਕਰੇਗਾ। ਉੱਥੇ ਬਾਪ ਤੈਨੂੰ ਕਹਿੰਦੀ, ਮੈਂ ਤਾਂ, ਮੇਰਾ ਤਾਂ ਡਿਵੋਰਸ ਹੈ, ਮੈਂ ਨਹੀਂ ਵਿਆਹ ਕਰਾਉਣਾ। ਲੈ ਇੰਨੀ ਗੱਲ ਪਿੱਛੇ ਇੱਕ ਲੜਕੀ ਵਿਆਹ ਕਰਾ ਕੇ ਪੈਟਰੋਲ ਪੰਪ ਤੇ ਆਈ, ਗੈਸ ਪੰਪ ਕਹਿੰਦੇ ਨੇ, ਉੱਥੇ ਤੇਲ ਪਾਉਣ ਲੱਗੇ ਤਾਂ ਉਹ ਲੜਕਾ ਕਹਿੰਦਾ ਵੀ ਹੁਣ ਤਾਂ ਇਹ ਗੱਡੀ ਮੇਰੀ ਵੀ ਹੈ, ਕਿਉਂਕਿ ਵਿਆਹ ਹੋਣ ਤੋਂ ਬਾਅਦ ਜਿਹੜੀ ਔਰਤ ਦੀ ਉੱਥੇ ਦਾ ਕਾਨੂੰਨ ਇਹ ਹੈ, ਇੱਥੇ ਦਾ ਵੀ ਉਹ ਦੋਨਾਂ ਦੀ ਪ੍ਰਾਪਰਟੀ ਸਾਂਝੀ ਹੋ ਜਾਂਦੀ। ਇਹ ਗੱਡੀ ਮੇਰੀ, ਕਹਿੰਦੀ ਤੇਰੀ ਕਿੱਥੋਂ ਹੋ ਗਈ, ਮੇਰੇ ਬਾਪ ਨੇ ਦਿੱਤੀ ਹੈ। ਉਹ ਕਹਿੰਦਾ ਹੁਣ ਤੂੰ ਮੇਰੀ ਪਤਨੀ ਹੈ, ਕਹਿੰਦੀ ਨਾ ਨਾ, ਲੜ ਪਏ। ਉੱਥੇ ਲੜ ਪਏ, ਆਪਣੀ ਗੱਡੀ ਲੈ ਕੇ ਘਰ ਨੂੰ ਆ ਗਈ, ਉਹਨੂੰ ਉੱਥੇ ਖੜਾ ਛੱਡੇ, ਕਹਿੰਦੀ ਜਾ ਆਪਣੇ ਘਰ ਨੂੰ। ਕੀ ਹੋ ਰਿਹਾ ਹੈ? ਖਿਡੌਣੇ ਨੇ ਇਹ। ਆਹ ਪਰਨ ਕਰਾਇਆ ਜਾਂਦਾ ਹੈ ਆਨੰਦ ਕਾਰਜਾਂ ਤੇ। ਕਹਿਣ ਵਾਲੀਆਂ ਗੱਲਾਂ ਸੀ ਤੇ ਚਲੋ ਤੁਹਾਡੇ 'ਚ ਫੇਸੇ ਨੇ, ਕਿਸੇ ਨੇ ਤਾਂ ਵਿਆਹ ਕਰਾਉਣਾ ਹੀ ਹੋਊਗਾ, ਤੁਹਾਨੂੰ ਵੀ ਹੁਣ ਤੇ ਸਿੱਖਿਆ ਠੀਕ ਹੈ। ਇਹ ਜਿਹੜੇ ਹੋਰ ਵੀ ਸੁਣ ਲਗੇ, ਜਿਹਨਾਂ ਵਿਆਹ ਕਰਾਇਆ ਉਹਨਾਂ ਦੇ, ਜੇ ਨਹੀਂ ਕਰਾਇਆ ਉਹਨਾਂ ਨੇ, ਜਿਹਨੇ ਕਰਾਉਣਾ ਉਹਨਾਂ ਨੇ ਵੀ। ਇਹ ਇਕੱਲੀ ਕਥਾ ਦੇ ਨਾਲ ਨਹੀਂ, ਨਾਲ ਨਾਲ ਸਮਾਜ ਸੁਧਾਰ ਦੀਆਂ ਗੱਲਾਂ ਜਿਹੜੀਆਂ
ਮਹਾਰਾਜ ਸਾਹਿਬ ਨੇ ਕੀਤੀਆਂ ਵੀ ਹੋਣੀਆਂ ਚਾਹੀਦੀਆਂ ਨੇ, ਹੋਰ ਵੀ ਖਬਰ ਕਿੰਨੇ ਨੇ ਸੁਣਨਾ ਹੈ, ਗੁਰੂ ਕਿਰਪਾ ਕਰੇ। ਹਾਂ, ਇਸ ਪ੍ਰਕਾਰ ਫਿਰ ਇਹ ਪਰਨ ਸੀ ਦੋਨਾਂ ਦੇ ਵੀ ਇਸੇ ਸ਼ਲੋਕ ਦੇ ਵਿੱਚ ਆਨੰਦ ਕਾਰਜਾਂ ਤੇ ਇਹਦੀ ਵਿਆਖਿਆ ਕਰੀ ਜਾਏ ਤੇ ਸੁਣਾਈ ਜਾਵੇ। ਸੁਣਾਵੇ ਕੌਣ? ਕਾਹਲੀ ਤਾਂ ਪਈ ਪਈ ਹੁੰਦੀ ਹੈ। ਹੁਣ ਅੱਗੇ ਮਹਾਰਾਜ ਸਾਹਿਬ ਜੀ ਪੌੜੀ ਦੇ ਵਿੱਚ ਫਿਰ ਉਹੀ ਸੁਰਤ ਉੱਥੇ ਰੱਖੋ। ਇਹ ਤਾਂ ਅਸਲ ਦੇ ਵਿੱਚ ਸਾਡੀ ਜਿਹੜੀ ਸੁਰਤ ਹੈ ਉਹਨੇ ਲੜ ਨਾਮ ਦਾ ਲੜ ਫੜਿਆ। ਜੇਕਰ ਕਹੇ ਪਿਆਰੜੇ, ਹੇ ਪਿਆਰੇ ਅਕਾਲ ਪੁਰਖ, ਜੇ ਤੇਰੇ ਨਾਮ ਰੂਪੀ ਲੜ ਫੜਿਆ ਨਾ ਤੁਧ ਨਾ ਛੋਟਾ ਮੂਲ, ਮੈਂ ਤੈਨੂੰ ਛੱਡੂ ਨਹੀਂ। ਹੁਣ ਕਿਸੇ ਦੇਵੀ ਦੇਵਤੇ ਦਾ ਲੜ ਨਹੀਂ ਫੜੂ, ਹੁਣ ਚਾਹੇ ਸੁਖੀ ਰਹਾਂ ਦੁਖੀ ਰਹਾਂ, ਰਹੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਸਿੱਖੇ ਰਹੂੰਗਾ। ਤੁਧ ਨਾ ਛੋਟਾ ਮੂਲ, ਹਰ ਛੋਡਣ, ਜੇ ਤੈਨੂੰ ਛੱਡਾਂ ਮੈਂ ਨਰਕਾਂ ਨੂੰ ਜਾਵਾਂ, ਪੜ੍ਹਾਂ ਦੋਜ ਕੇ ਸੂਲ, ਮੈਨੂੰ ਦੁੱਖ ਮਿਲੇ ਜੇ ਮੈਂ ਤੇਰੀ ਸਿੱਖੀ ਤਿਆਗ ਕੇ ਮੈਂ ਹੋਰ ਪਾਸੇ ਜਾਵਾਂ। ਇਸ ਪ੍ਰਕਾਰ ਜਾਣਨਾ ਜੇ ਪੌੜੀ ਸਭ ਨਿਧਾਨ ਕਰ ਦਿਸਦਾ। ਹੇ ਭਾਈ, ਜਿਸ ਵਾਹਿਗੁਰੂ ਦੇ ਸੱਚਖੰਡ ਰੂਪੀ ਘਰ ਦੇ ਵਿੱਚ ਸਾਰੇ ਨਿਧਾਨ ਖਜ਼ਾਨੇ ਭਰੇ ਪਏ ਨੇ, ਸਾਚੇ ਸਹਿਬਾ ਕਿਆ ਨਹੀਂ ਕਰਤੇ। ਘਰ ਤਾਂ ਤੇਰੇ ਸਭ ਕੁਝ ਹੈ, ਜਿਸ ਦੇ ਸੋ ਪਾਵੇ, ਉਹਦੇ ਜਿਹਦੇ ਘਰ ਦੇ ਸਾਰੇ ਖਜ਼ਾਨੇ ਹਨ। ਹਰ ਕਰੇ ਸੋ ਹੋਵੇ। ਹਰੀ ਪਰਮੇਸ਼ਰ ਜੋ ਚਾਹੇ ਉਹੀ ਹੋ ਜਾਂਦਾ ਹੈ, ਜੋ ਕਰਨਾ ਚਾਹੇ ਉਹੀ ਕਰਦਾ ਹੈ, ਉਹੀ ਹੁੰਦਾ ਜੋ ਉਹ ਚਾਹੇ। ਉਹਦੇ ਹੁਕਮ ਤੋਂ ਬਿਨਾਂ ਹੁਕਮ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ 'ਚ ਹੋ ਰਿਹਾ ਹੈ। ਜਪ ਜਪ ਜੀਵ ਹੈ ਸੰਤ ਜਨ। ਪਰ ਜਿਹੜੇ ਸੰਤ ਜਨ ਉਹਨਾਂ ਦਾ ਜੀਵਨ ਇਉਂ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ, ਤੇ ਇਸੇ ਤਰ੍ਹਾਂ ਸੰਤ ਵੀ ਨਾਮ ਜਪਣ ਤੋਂ ਬਿਨਾਂ ਬਚ ਨਹੀਂ ਸਕਦੇ। ਜਪ ਜਪ ਜੀਵ ਹੈ ਸੰਤ ਜਨ, ਸ਼ਾਂਤ ਆਤਮਾ ਭਗਤ ਜਨ। ਨਾਮ ਨੂੰ ਜਪ ਕੇ ਉਹਨਾਂ ਦਾ ਉਹ ਜਿਉਂਦੇ ਨੇ। ਕਹਿੰਦੇ ਇਹੀ ਖੁਰਾਕ ਹੈ ਸਾਡੀ ਤਾਂ। ਪਾਪਾ ਮਲ ਧੋਵੈ। ਉਹ ਨਾਮ ਰੂਪੀ ਸਾਬਣ ਦੇ ਨਾਲ ਪ੍ਰੇਮ ਰੂਪੀ ਪਾਣੀ ਲਾ ਕੇ ਮਨ ਰੂਪੀ ਬਸਤਰ ਦੀਆਂ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਮੈਲ ਨੂੰ ਧੋਵੇ, ਧੋ ਦਿੰਦੇ ਨੇ, ਨਿਖਾਰ ਦਿੰਦੇ ਨੇ ਮਨ ਨੂੰ, ਸੁੱਧ ਹੋ ਜਾਂਦਾ ਹੈ ਮਨ। ਚਰਨ ਕਮਲ ਹਿਰਦੈ ਵਸਹਿ। ਜਿਨ੍ਹਾਂ ਦੇ ਅੰਤਸ਼ਕਰਨ ਵਿੱਚ ਪਰਮੇਸ਼ਰ ਦੇ ਚਰਨ ਕਮਲ ਵਸਦੇ ਹਨ, ਸੰਕਟ ਸਭ ਖੋਵੈ। ਉਹਨਾਂ ਦੇ ਸਾਰੇ ਸੰਕਟ ਦੁੱਖ ਜਿਹੜੇ ਨੇ ਖਤਮ ਹੋ ਜਾਂਦੇ ਨੇ। ਕੋਈ ਦੁੱਖ ਨਹੀਂ ਛੱਡਦਾ ਪਰਮੇਸ਼ਰ ਦਾ ਨਾਮ। ਗੁਰ ਪੂਰਾ ਜਿਸ ਭੇਟੀਐ। ਜਿਨ੍ਹਾਂ ਨੂੰ ਪੂਰਾ ਗੁਰੂ ਨਾਨਕ ਸਾਹਿਬ ਭੇਟੀਐ ਮਿਲ ਜਾਂਦਾ ਹੈ। ਮਰ ਜਨਮ ਨਾ ਰੋਵੈ। ਉਹ ਮਰਦਾ ਨਹੀਂ ਹੈ ਤੇ ਨਾ ਹੀ ਜਨਮਾਂ ਵਿੱਚ ਆਉਂਦਾ ਮੁੜ ਕੇ, ਨਾ ਜੰਮਦਾ ਨਾ ਮਰਦਾ, ਜਨਮਾਂ ਵਿੱਚ ਨਹੀਂ ਪੈਂਦਾ, ਨਾ ਹੀ ਦੁੱਖਾਂ ਕਰਕੇ ਫਿਰ ਉਹ ਨਾ ਰੋਵੈ, ਨਹੀਂ ਰੋਂਦਾ ਹੈ। ਜਵਾਂ ਦੇ ਰਸਤੇ ਜਾਂਦੇ ਲੋਕ ਰੋਂਦੇ ਜਾਂਦੇ ਨੇ, ਹੁਣ ਸੁਣਿਆ ਕਿਆ ਰਵਾਇਆ, ਉੱਥੇ ਰੋਂਦਾ ਚੀਖਦਾ। ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਉੱਥੇ ਹਾਏ ਹਾਏ ਹੁੰਦੀ ਹੈ, ਰੋਣ ਕਰਲਾਉਣ ਹੈ, ਪਰ ਉਹਨਾਂ ਨੂੰ ਨਹੀਂ ਹੁੰਦਾ ਜਿਹੜੇ ਸਿਮਰਨ ਕਰਦੇ ਹਨ। ਪ੍ਰਭ ਦਰਸ ਪਿਆਸ ਨਾਨਕ ਘਣੀ। ਸਤਿਗੁਰੂ ਜੀ ਕਥਨ ਕਰਦੇ ਹਨ, ਸਾਨੂੰ ਪ੍ਰਭੂ ਪਰਮੇਸ਼ਰ ਦੇ ਦਰਸ਼ਨਾਂ ਦੀ, ਉਹਦੇ ਨਾਮ ਦੀ ਘਣੀ ਬਹੁਤੀ ਪਿਆਸ ਨਾਮ ਤ੍ਰੇ ਦਾ। ਇਹ ਪਿਆਸ ਲੱਗੀ ਹੈ, ਤ੍ਰੇ ਲੱਗੀ ਹੋਈ ਹੈ, ਜਿਵੇਂ ਪਾਣੀ ਦੀ ਪਿਆਸ ਲੱਗਦੀ ਹੈ। ਦਸ ਤੇਰੇ ਕੀ ਪਿਆਸ ਮਨ ਲਾਗੀ, ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਕਿਰਪਾ ਕਰ ਦੇਵੈ। ਜੇ ਪੂਰੇ ਸਤਿਗੁਰੂ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਦੇਵੈ ਦੇਣ, ਤਾਂ ਹੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਆ। ਗੁਰੂ ਕਰਾ ਸਕਦਾ ਦਰਸ਼ਨ, ਪਰਮੇਸ਼ਰ ਆਪਣਾ ਦਰਸ਼ਨ ਆਪ ਹੀ ਕਿਰਪਾ ਕਰਕੇ ਦੇਵੈ ਦਿੰਦਾ ਹੈ। ਸ਼ਲੋਕ ਦੱਖਣਾ ਮਹੱਲਾ ਪੰਜਵਾ। ਇਹ ਸਾਧ ਸੰਗੀ ਸ਼ਲੋਕ ਦੇ ਨਾਲ ਦੱਖਣਾ ਲਿਖਿਆ ਹੋਇਆ ਹੈ। ਇਹ ਲੰਮੇ ਦੇਸ਼ ਦੀ ਬੋਲੀ ਹੈ, ਉੱਥੇ ਸ਼ਲੋਕ ਨੂੰ ਦੱਖਣਾ ਕਹਿੰਦੇ। ਇਹ ਬੋਲੀ ਹੈ, ਮਹਾਰਾਜ ਨੇ ਸ਼ਲੋਕ ਵੀ ਲਿਖਤਾ, ਸਾਡੀ ਭਾਸ਼ਾ ਵੀ ਵਰਤੀ, ਉਧਰ ਦੀ ਵੀ। ਸ਼ਲੋਕ ਦੱਖਣਾ ਕਹਿੰਦੇ, ਉਹਨੂੰ ਸ਼ਲੋਕ ਨੂੰ ਦੱਖਣਾ ਕਹਿੰਦੇ। ਪਰ ਦੱਖਣਾ ਇੱਕ ਛੰਦ ਵੀ ਹੈ, ਜਿਵੇਂ ਦੋਹਾ ਪਿੱਛੇ ਆਇਆ, ਤੇ ਇਸੇ ਤਰ੍ਹਾਂ ਸ਼ਲੋਕ ਤੇ ਦੋਹਾ ਇਕੱਠੇ ਆਏ। ਇਹ ਦੱਖਣਾ ਤੇ ਸ਼ਲੋਕ ਇਕੱਠੇ ਆ ਗਏ। ਤੇ ਦੱਖਣੇ ਦਾ ਅਰਥ ਦੱਸਣਾ ਵੀ ਹੁੰਦਾ ਹੈ। ਦੱਸਣਾ ਭਾਵ ਸਿੱਖਿਆ ਦੇਣਾ। ਸ਼ਲੋਕ ਦੇ ਵਿੱਚ ਸਿੱਖਿਆ ਦੇ ਰਹੇ ਨੇ, ਸਿੱਖਿਆ ਦਾ ਦਾਨ ਦੇਣਾ। ਉਪਦੇਸ਼ 5ਵੇਂ ਪਾਤਸ਼ਾਹ ਉਚਾਰਨ ਕਰਦੇ ਹਨ, ਪੂਰੀ ਭਰਮ ਜਾਏ। ਹੇ ਸੱਚੇ ਪਾਤਸ਼ਾਹ, ਮੇਰੀ ਜਿਹੜੀ ਬਿਰਤੀ ਹੈ ਇਹ ਪੂਰੀ ਭੋਲੀ ਹੈ, ਭਾਵ ਮੈਨੂੰ ਸਮਝ ਨਹੀਂ ਹੈ। ਆਪ ਕਿਰਪਾ ਕਰਕੇ ਮੇਰੇ ਅੰਦਰੋਂ ਮਹਾਰਾਜ ਭਰਮ ਸੰਸੇ ਨੂੰ ਮੇਟ ਦਿਓ। ਇਹ ਸੰਸਾ ਜਿਹੜਾ ਬੜੇ ਖਰਮ, ਇਹਨੇ ਭਰਮ ਨੇ ਮੈਨੂੰ ਭਰਮਾਉਣਾ ਕੀਤਾ, ਤੇ ਮੈਨੂੰ ਮਹਾਰਾਜ 5 ਕਿਸਮ ਦੇ ਭਰਮ
ਤੇ ਜਾਂ ਫਿਰ ਜਿਹੜੇ ਭਰਮ ਸੰਸੇ ਨੇ ਇਹ ਵੰਝਾਏ ਮੇਟ ਦਿਓ ਮਹਾਰਾਜ। ਅੱਗੇ ਹੁਣ ਮਹਾਰਾਜ ਕਹਿੰਦੇ ਨੇ ਪੀਰੀ ਮੁਹੱਬਤ ਹਿਕ ਤੂ, ਕਹਿੰਦੇ ਜੇ ਤੂੰ ਭਾਈ ਭਰਮ ਨੂੰ ਮੇਟਣਾ ਚਾਹੁੰਦਾ ਤਾਂ ਫਿਰ ਭਰਮ ਗਵਾਉਣ ਵਾਸਤੇ ਤਾਂ ਤੂੰ ਹਿਕ ਦਾ ਅਰਥ ਇੱਕ, ਕਿਉਂਕਿ ਬੋਲੀ ਹੈ ਨਾ ਉਧਰ ਦੀ। ਤੇ ਇਸ ਕਰਕੇ ਪੀਰੀ ਅਕਾਲ ਪੁਰਖ ਵਾਹਿਗੁਰੂ ਪਤੀ ਦੇ ਨਾਮ ਦੇ ਨਾਲ ਮੁਹੱਬਤ ਕਰ, ਪ੍ਰੇਮ ਕਰ ਤੂੰ। ਪੀਰੀ ਮੁਹੱਬਤ ਹਿਕ ਤੋਂ ਛੱਡ ਦੇ ਫਿਰ ਪਰਿਵਾਰ ਦੀਆਂ ਜਿਹੜੀ ਤੇਰੇ ਅੰਦਰ ਖਿੱਚ ਬਣੀ ਬੈ ਨਾ ਮੁਹੱਬਤ। ਲੋਕਨ ਸਿਓ ਮੇਰਾ ਠਾਡਾ ਵਾਗਾ, ਉੱਪਰ ਤੇ ਰਹਿ ਇਹਨਾਂ ਦੇ ਨਾਲ, ਕਿਉਂਕਿ ਤੇਰੇ ਨਹੀਂ, ਤੂੰ ਇਹਨਾਂ ਦਾ ਨਹੀਂ ਹੈ। ਪਹਿਲਾਂ ਹੀ ਆਪਣਾ ਕੰਮ ਸੂਤ ਕਰ ਲੈ। ਇਸ ਕਰਕੇ ਮਹਾਰਾਜ ਸਹਿਜ ਜੀ ਕਹਿੰਦੇ ਆ ਤੇ ਪੀਰੀ ਮੁਹੱਬਤ ਹਿਕ ਤੋਂ, ਹਿਕ ਵਾਹਿਗੁਰੂ ਦੇ ਨਾਲ। ਜਾਂ ਫਿਰ ਹੇ ਮਹਾਰਾਜ ਆਪ ਜੀ ਦੀ ਭੋਰੀ ਥੋੜੀ ਜਿਹੀ ਕਿਰਪਾ ਕਰਕੇ, ਜੇ ਥੋੜੀ ਜਿਹੀ ਕਿਰਪਾ ਸਾਡੇ ਅੰਦਰੋਂ ਭਰਮ ਨੂੰ ਨਾਸ਼ ਕਰ ਦਿਓ, ਥੋੜੀ ਜਿਹੀ ਕਿਰਪਾ ਕਰ ਦਿਓ। ਵਾਲੀ ਨੇ ਸਗਲ ਭਵਨ ਕੇ ਨਾਇਕਮ ਹੋਏ ਇੱਕ ਛਿਨ ਦਰਸ ਦਿਖਾਏ। ਸਾਡੇ ਅੰਤਸ਼ਕਰਨ ਵਿੱਚ ਗਿਆਨ ਜਿਹੜਾ ਉਹ ਵੀ ਭੋਰੀ ਨਾਮ ਪ੍ਰਕਾਸ਼ ਦਾ, ਗਿਆਨ ਦਾ ਪ੍ਰਕਾਸ਼ ਕਰ ਦਿਓ, ਜਿਹਦੇ ਨਾਲ ਅੰਦਰੋਂ ਭਰਮ ਨੂੰ ਬੁਝਾਏ, ਗਵਾਉਣਾ ਕਰੀਏ। ਤੁਸੀਂ ਕਰ ਸਕਦੇ ਹੋ ਗਿਆਨ ਦੇ ਕੇ। ਹੇ ਪੀਰੀ ਪਰਮੇਸ਼ਰ, ਇੱਕ ਤੇਰੇ ਨਾਲ ਹੀ ਸਾਡੀ ਮੁਹੱਬਤ ਪ੍ਰੇਮ ਕਰਨਾ ਹੈ। ਅਸੀਂ ਤੇਰੇ ਨਾਲ ਹੀ ਪ੍ਰੇਮ ਕਰਦੇ ਹਾਂ। ਇੱਕ ਤੂੰ ਹੀ ਸਾਡਾ ਹੈ, ਸਾਡਾ ਹੋਰ ਕੋਈ ਨਹੀਂ। ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜਾ ਰੋ, ਕਿਸੇ ਕੋਈ ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜਾ ਰੋ। ਤੂੰ ਹੀ ਹੈ ਸਾਡਾ ਜਿੱਥੋਂ ਅੰਜਿਆ ਜਾਏ। ਮਹਾਰਾਜ ਸਾਹਿਬ ਵੀ ਕਹਿੰਦੇ ਆ ਹੇ ਵਾਹਿਗੁਰੂ, ਜਿੱਥੋਂ ਜਿਸ ਜਗ੍ਹਾ ਤੋਂ ਵੰਝੇ ਨਾਮ ਤੁਰਨ ਦਾ ਹੁੰਦਾ, ਤੁਰੀ ਦਾ ਹੈ, ਅਤੇ ਜਿੱਥੇ ਜਾਏ ਜਾਈਦਾ ਹੈ। ਕਹਿੰਦੇ ਮਹਾਰਾਜ ਕੋਈ ਜਗ੍ਹਾ ਐਸੀ ਤਾਂ ਹੈ ਨਹੀਂ ਜਿੱਥੇ ਤੂੰ ਨਹੀਂ ਹੈ। ਤਿਥਾਉ ਮੌਜੂਦ ਸੋਏ, ਸੋਏ ਉਹਨਾਂ ਥਾਵਾਂ ਤਿਥਾਉ, ਤਿੰਨਾਂ ਥਾਵਾਂ ਵਿੱਚ ਤੁਸੀਂ ਮੌਜੂਦ ਪ੍ਰਗਟ ਹੋ। ਭਾਵ ਜਿੱਥੇ ਤੁਰੇ ਹਾਂ ਉੱਥੇ ਵੀ ਹੈ, ਜਿੱਥੇ ਹੁਣ ਤੁਰ ਰਹੇ ਹਾਂ ਇੱਥੇ ਵੀ ਹੈ, ਜਿੱਥੇ ਤੁਰ ਕੇ ਜਾਣਾ ਉੱਥੇ ਵੀ ਹੈ। ਇਹਨਾਂ ਥਾਵਾਂ ਦੀ ਤੁਸੀਂ ਇਸਤਤ ਰੂਪ ਹੋ ਮਹਾਰਾਜ, ਵਿਆਪਕ ਰੂਪ ਹੋ। ਫਿਰ ਬੋਲੋ ਜੀ ਜਿਤੋਂ ਅੰਜਿਆ ਜਾਏ। ਹਾਂਜੀ, ਤਿਥਾਉ ਮੌਜੂਦ ਸੋਏ। ਜਿੱਥੋਂ ਜਿਸ ਹਿਰਦੇ ਵਿੱਚੋਂ ਦੇਵਮਾਨ ਹਉਮੈ ਦਵੈਤ ਦੁਬਦਾ ਚਲੀ ਜਾਵੇ, ਉਸੇ ਹਿਰਦੇ ਵਿੱਚ ਸੋਏ ਉਹ ਪਰਮੇਸ਼ਰ ਮੌਜੂਦ ਪ੍ਰਗਟ ਇਸਤਤ ਰੂਪ ਹੈ। ਇਸ ਕਰਕੇ ਜੀਵ ਜਿੱਥੋਂ ਇਸ ਦੁਨੀਆ ਤੋਂ ਜਾਂਦਾ ਹੈ, ਮਹਾਰਾਜ ਕਹਿੰਦੇ ਜਿੱਥੋਂ ਵੰਝਿਆ ਜਾਏ, ਜਿੱਥੋਂ ਜੀਵ ਜਾਂਦਾ ਤੁਰ ਜਾਂਦਾ ਮਰਨ ਤੋਂ ਬਾਅਦ, ਤੇ ਇੱਥੇ ਵੀ ਪਰਮੇਸ਼ਰ ਸੀ, ਜਰ ਸੀ। ਅੱਗੇ ਪ੍ਰਲੋਕ ਵਿੱਚ ਜਿੱਥੇ ਜਾਂਦਾ ਉੱਥੇ ਵੀ ਪਰਮੇਸ਼ਰ ਹੀ ਸਥਿਤ ਹੈ। ਰੱਬ ਤਾਂ ਸਾਰੀ ਜਗ੍ਹਾ ਹੀ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਕੀ ਕਿਰਪਾ ਕਰਦੇ ਹਨ ਮਹੱਲੇ ਵਿੱਚ। ਚੜ ਕੇ ਘੋੜੜਾ ਕੁੰਦੇ ਪਕੜ ਹੈ। ਕਿ ਜਿਸ ਤਰ੍ਹਾਂ ਕੋਈ ਪੁਰਸ਼ ਜਿਹੜਾ ਹੈ ਨਾ, ਉਹ ਘੋੜੇ ਤੇ ਚੜ ਕੇ, ਸਿਪਾਹੀ ਹੈ ਜਿਹੜਾ, ਉਹ ਕੁੰਦੇ ਹੁੰਦੇ ਜਿਹੜਾ ਰਫਲ ਦਾ ਪਿੱਛੇ ਬਟ ਲੱਗਿਆ ਹੁੰਦਾ ਨਾ, ਉਹਨੂੰ ਵੀ ਕੁੰਦੇ ਕਹਿੰਦੇ। ਉਹ ਪਕੜੇ ਤੇ ਉਹ ਇੱਕ ਦੂਸਰਾ ਪੁਰਸ਼ ਹੈ ਖੁੰਡੀ ਦੀ ਖਿਡਾਰੀ। ਤੇ ਖੁੰਡੀ ਖੇਡੋ ਖੇਲਣ ਵਾਲਾ ਹੋਵੇ ਤੇ ਉਹ ਕੁੰਦੇ ਪਕੜੇ ਰਫਲ ਵੜ ਜੇ, ਚਲਾਉਣੀ ਨਹੀਂ ਆਉਂਦੀ, ਨੁਕਸਾਨ ਹੋ ਜਾਂਦਾ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਕੋਈ ਖੁੰਡੀ ਦੀ ਖੇਡ ਦਾ ਖਿਡਾਰੀ ਹੋਵੇ, ਖੇਲਣ ਵਾਲੀ, ਘੋੜਾ ਹੈ, ਘੋੜੇ ਉੱਪਰ ਚੜ ਕੇ ਬੰਦੂਕ ਦੇ ਕੁੰਦੇ, ਦਸਤੇ, ਬੰਦੂਕ ਦੀ ਪਿੱਠ ਦੀ ਲੱਕੜ, ਉਹਨੂੰ ਪਕੜੇ ਪੜ ਕੇ ਚਲਾਉਣਾ ਚਾਹੇ ਫੜ ਕੇ, ਕਿਵੇਂ ਚਲਾ ਸਕਦਾ? ਉਹ ਆਉਂਦਾ ਤਾਂ ਹੈ ਨਹੀਂ ਉਹਨੂੰ ਕੁਝ ਵੀ। ਇਸੇ ਤਰ੍ਹਾਂ ਜਿਹੜੇ ਅਸਵਾਰ ਨੇ ਉਹ ਘੋੜਿਆਂ ਉੱਪਰ ਚੜ ਕੇ ਬੰਦੂਕਾਂ ਦੇ ਕੁੰਦਿਆਂ ਨੂੰ ਪਕੜ ਲੈਂਦੇ ਆ, ਤੇ ਖੁੰਡੀ ਦੀ ਖੇਡ ਖੇਲਣ ਵਾਂਗੂ ਜਿਸ ਪ੍ਰਕਾਰ ਉਹ ਨੱਠ ਤਾਂ ਸਕਦੇ ਆ, ਖੁੰਡੀ ਦੀ ਖੇਡ ਸਕਦੇ ਆ, ਪਰ ਖੁੰਡੀ ਦੀ ਖਿਡਾਰੀ ਦੀ ਨਿਆਈ ਦੁਨੀਆ ਦੇ ਵਿਹਾਰਾਂ ਵਿੱਚ ਫਸਿਆ ਹੋਇਆ ਜਿਹੜਾ ਜੀਵ ਹੈ ਪੁਰਸ਼, ਉਹ ਸ਼ਾਸਤਰ ਗਿਆਨ ਰੂਪੀ ਘੋੜੇ ਤੇ ਕਿਵੇਂ ਚੜ ਸਕਦਾ ਹੈ? ਵੇਦਾਂ ਰੂਪੀ ਬੰਦੂਕਾਂ ਦੇ ਮਹਾਵਾਕ ਰੂਪੀ ਕਿਵੇਂ ਫੜ ਸਕਦਾ ਕੁੰਦੇ? ਉਹ ਉਪਦੇਸ਼ ਕਰਨਾ ਚਾਹੇ ਤਾਂ ਕਿਵੇਂ ਉਹ ਕਰ ਸਕਦਾ? ਹੋ ਨਹੀਂ ਸਕਦਾ ਹੈ। ਹੰਸਾ ਸੇਤੀ ਚਿੱਤ ਉਲਾਸ ਹੈ। ਤੇ ਜਿਵੇਂ ਹੰਸਾਂ ਦੇ ਨਾਲ ਕਿਸੇ ਪੰਛੀ ਦਾ ਚਿੱਤ ਉਲਾਸੇ, ਉਤਸ਼ਾਹ ਆਵੇ ਵੀ ਮੈਂ ਵੀ ਉੱਡ ਸਕਦਾ ਹਾਂ। ਕੁੱਕੜ ਦੀ ਉਡਾਰੀ। ਤੇ ਕੁੱਕੜ ਕਹੇ ਵੀ ਮੈਂ ਹੰਸ ਦਾ ਮੁਕਾਬਲਾ ਕਰਨਾ, ਜਾਂ ਬਗਲਾ ਕਹੇ, ਫਿਰ ਕੀ ਹੋਇਆ? ਇੱਕ ਥਾਂ ਇਹ ਵੀ ਕਹਿਣਾ, ਕਹਿੰਦੇ ਡੁੱਬ ਮੂਏ ਬਗ ਬਪੜੇ, ਸਿਰ ਤਲ ਉੱਪਰ ਪਾਉ। ਸਿਰ ਫਿਰ ਹੇਠਾਂ ਨੂੰ ਤੇ ਲੱਤਾਂ ਤਾਂ ਨੂੰ ਹੁੰਦੀਆਂ।
ਤੇ ਇਸੇ ਤਰ੍ਹਾਂ ਹੰਸਾਂ ਸੇਤੀ ਚਤੋਲਾ ਸੈਂ, ਕੁੱਕੜ ਦੀ ਉਡਾਰੀ। ਕੁੱਕੜ ਮੁਰਗੇ ਨੂੰ ਕਹਿੰਦੇ ਆ, ਉਹਦੀ ਉਡਾਰੀ ਕਿੰਨੀ ਕੁ ਹੁੰਦੀ ਹੈ ਵਿਚਾਰੇ ਦੀ। ਕੁੱਕੜ ਦੀ ਉਡਾਰੀ, ਪਹਿਲਾਂ ਅਰਥ ਇਹਦਾ ਸਮਝ ਵਾਸਤੇ, ਉਹ ਹੰਸਾਂ ਦੇ ਨਾਲ ਉੱਡਣ ਨੂੰ ਚਿੱਤ ਦਾ ਉਲਾਸਿਆ ਉਤਸ਼ਾਹ ਕਰੇ ਵੀ ਹੰਸਾਂ ਦੇ ਨਾਲ ਮੈਂ ਉੱਡਾਂ ਮੈਂ, ਮਨ ਵਿੱਚ ਰੀਸ ਕਰੇ। ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਕੀੜਿਆਂ ਨੂੰ ਜਿਵੇਂ ਰੀਸ ਆ ਜਾਂਦੀ ਹੈ ਮਰ ਜਾਂਦੇ। ਕਿਵੇਂ ਉੱਡ ਸਕਦਾ ਹੈ? ਭਾਵ ਨਹੀਂ ਉੱਡ ਸਕਦਾ। ਕੁੱਕੜ ਦੀ ਉਡਾਰੀ ਬੜੀ ਛੋਟੀ ਹੈ। ਸਾਰਾ ਬੋਲ ਦਿਓ ਜੀ ਇੱਕ ਵਾਰੀ। ਹੰਸਾ ਸੇਤੀ ਚਿਤ ਉਲਾਸ ਹੈ, ਕੁੱਕੜ ਦੀ ਉਡਾਰੀ। ਕੁੱਕੜ ਦੀ ਉਡਾਰੀਆਂ ਤਿੰਨ ਮੰਨੀਆਂ ਨੇ। ਪਹਿਲੀ ਉਡਾਰੀ ਇਹਦੀ ਹੈ, ਉਹ ਰੂੜੀ ਤੇ ਬਹਿ ਜਾਂਦਾ ਹੈ, ਧਰਤੀ ਤੋਂ ਥੋੜੀ ਜਿਹੀ ਉੱਚੀ ਹੁੰਦੀ ਹੈ। ਉਹ ਧਰਤੀ ਨਾਲੋਂ ਐ ਸਮਝਦਾ ਵੀ ਆ ਮੈਂ ਵਧੀਆ ਥਾਂ ਤੇ ਬੈਠਾ ਰੂੜੀ ਤੇ ਹੁੰਦਾ, ਤੇ ਉੱਥੇ ਉਹਨੂੰ ਕੁੱਤਿਆਂ ਦਾ ਡਰ ਹੈ ਵੀ ਕੁੱਤੇ ਆ ਕੇ ਫਿਰ ਕੇ ਮੈਨੂੰ ਖਾ ਨਾ ਲੈਣ। ਫਿਰ ਉਡਾਰੀ ਮਾਰਦਾ, ਕੰਧ ਤੇ ਜਾ ਬੈਠਦਾ। ਕੁੱਤਾ ਕੰਧ ਤੇ ਨਹੀਂ ਚੜ੍ਹ ਸਕਦਾ, ਆਪਣੀ ਜਾਨ ਨੂੰ ਸਕਦਾ ਵੀ ਹੁਣ ਮੈਂ ਬਹੁਤ ਉੱਚੀ ਜਗ੍ਹਾ ਬੈਠ ਗਿਆ, ਮੇਰੀ ਹੁਣ ਇਹ ਕੰਧ ਰੱਖਿਆ ਕਰੋ। ਹੁਣ ਕੰਧ ਭੀਤ ਉੱਪਰ ਕੇਤਕ ਧਾਈ ਹੈ, ਅੰਤ ਓੜ ਕੋ ਆਹਾ। ਉਹ ਕਿੰਨਾ ਕੁ ਭੱਜੂਗਾ ਉਹਦੇ ਉੱਤੇ, ਕਿੰਨਾ ਕੁ ਚਿਰ ਬੈਠੂਗਾ, ਕੰਧ ਛੋਟੀ ਹੈ। ਫਿਰ ਉੱਥੋਂ ਉਡਾਰੀ ਮਾਰਦਾ, ਕੋਠੇ ਤੇ ਜਾ ਬੈਠਦਾ ਵੀ ਹੁਣ ਮੈਂ ਜਗ੍ਹਾ ਹੈ। ਹੁਣ ਫੜਨ ਵਾਲੇ ਜਿਨ੍ਹਾਂ ਨੇ ਕੁੱਕੜ ਖਾਣੇ ਦੀਵਾਲੀਆਂ, ਚਾਹੇ ਕੋਠੇ ਤੇ ਬੈਠਾ ਹੋਵੇ ਉੱਥੇ ਫੜ ਨਹੀਂ ਲੈਂਦੇ, ਕੰਧ ਤੇ ਬੈਠਾ ਹੋਵੇ ਤਾਂ ਵੀ ਫੜ ਲੈਂਦੇ। ਗਰਦਨੇ ਮਰੋੜਨੀਆਂ, ਕਿੱਥੋਂ ਮਰਜ਼ੀ ਮਰ ਕੇ ਮਰੋੜ ਦੇਣ। ਤੇ ਇਸ ਤਰ੍ਹਾਂ ਇਹ ਫਿਰ ਇੱਕ ਪ੍ਰਮਾਣ ਦਿੱਤਾ ਹੈ ਕਿ ਹੰਸ ਦੀ ਉਡਾਰੀ ਜਿਹੜੀ 400 ਕੋ ਉਹ ਉਡਾਨ ਭਰਦਾ ਹੈ। ਇਹਦੇ ਵਿੱਚ ਉਹਨੂੰ ਨਾ ਤਾਂ ਸਾਹ ਚੜ੍ਹਦਾ ਹੈ, ਨਾ ਉਹਨੂੰ ਹੇਠਾਂ ਆਰਾਮ ਕਰਨ ਦੀ ਲੋੜ ਹੈ। ਐਡੀ ਵੱਡੀ ਉਡਾਰੀ ਹੈ, ਕਿਉਂਕਿ ਖਾਣਾ ਹੀਰੇ ਮੋਤੀ ਨੇ। ਉਹਦਾ ਖਾਣਿਆਂ ਦੇ ਆਧਾਰ ਤੇ ਸਰੀਰ ਬਲਵਾਨ ਹੁੰਦਾ ਹੈ। ਹੁਣ ਉਹਦੇ ਕੁੱਕੜ ਨੇ ਖਾਣਾ ਕੀ ਹੈ? ਗੰਦਗੀ ਤਾਂ ਖਾ ਰਿਹਾ। ਉਹ ਲੋਕਾਂ ਦਾ ਨਜਲਾ ਸਿੱਟਿਆ ਹੋਇਆ ਤਾਂ ਛੱਡਦਾ ਨਹੀਂ, ਖੰਘਾਰ ਸਿੱਟਿਆ ਹੋਇਆ ਛੱਡਦਾ ਨਹੀਂ। ਇਹ ਗੰਦਗੀ ਖਾਣ ਕਰਕੇ ਉਹਦੀ ਉਡਾਰੀਆਂ ਵੀ ਇੰਨੀਆਂ। ਤੇ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇਹਦਾ ਅੰਤਰੀ ਭਾਵ ਦੇ ਵਿੱਚ ਦੱਸਦੇ ਹੈ। ਤੇ ਅੰਤਰੀ ਭਾਵ ਦੇ ਵਿੱਚ ਫਿਰ ਬੋਲੋ ਜੀ ਇੱਕ ਵਾਰੀ ਸਾਰਾ। ਹੰਸਾ ਸੇਤੀ ਚਿਤ ਉਲਾਸ ਹੈ, ਕੁੱਕੜ ਦੀ ਉਡਾਰੀ। ਇਹ ਫਿਰ ਦ੍ਰਿਸ਼ਟਾਂਤ ਦਾ ਦਾ ਦ੍ਰਿਸ਼ਟਾਂਤ ਹੈ। ਸਕਾਮੀ ਪੁਰਸ਼ ਕੁੱਕੜ ਦੀ ਨਿਆਈ। ਪਹਿਲੀ ਉਡਾਰੀ ਕੀ ਹੈ ਉਸ ਦੀ? ਉਹ ਵਿਸ਼ਿਆਂ ਦੀ ਰੂੜੀ ਤੇ ਬਹਿ ਜਾਂਦਾ, ਗੰਦਗੀ ਖਾਂਦਾ ਹੈ। ਜਿਵੇਂ ਕੁੱਤੇ ਚਿਮੜਦੇ ਆ ਲੋਕ, ਫਿਰ ਉਹਨੂੰ ਸਮਾਜ ਅੱਗੇ ਬਰਦਾਸ਼ਤ ਨਹੀਂ ਸੀ ਕਰਦਾ। ਹੁਣ ਤਾਂ ਜੋ ਮਰਜ਼ੀ ਕਰੀ ਜਾਓ, ਹੁਣ ਕੋਈ ਕਿਸੇ ਨੂੰ ਪੁੱਛਦਾ ਨਹੀਂ। ਪੁਰਾਣੇ ਸਮਾਜ ਦੀ ਗੱਲ ਹੈ। ਉਹ ਫਿਰ ਉਹਨਾਂ ਤੋਂ ਡਰਦਾ ਸੀ। ਫਿਰ ਇਸ ਤਰ੍ਹਾਂ ਦੂਸਰੀ, ਇਹ ਪਹਿਲੀ ਉਡਾਰੀ ਵਿਸ਼ੇ ਵਿਕਾਰਾਂ ਦੀ, ਰੂੜੀ ਦੀ। ਦੂਸਰੀ ਉਡਾਰੀ ਮਾਰਦਾ, ਕੰਧ ਤੇ ਬਹਿੰਦਾ ਹੈ, ਧਨ ਦਾ ਆਸਰਾ। ਜਿਵੇਂ ਕੰਧ ਦਾ ਆਸਰਾ ਲੈ ਰਿਹਾ ਕੁੱਕੜ ਨੇ, ਇਹ ਜੀਵ ਫਿਰ ਧਨ ਦਾ ਆਸਰਾ ਲੈਂਦਾ ਹੈ, ਸੰਬੰਧੀਆਂ ਦਾ ਆਸਰਾ ਲੈਂਦਾ ਹੈ। ਮੇਰੇ ਪੁੱਤਰ ਨੇ, ਮੇਰੀਆਂ ਧੀਆਂ ਨੇ। ਕੰਧ ਤੇ ਵੀ ਕੰਧ ਕਿੰਨਾ ਚਿਰ ਹੈ, ਕੰਧ ਵੀ ਢਹਿ ਜਾਂਦੀ ਹੈ। ਕਈ ਵਾਰੀ ਜਿਉਂਦੇ ਜਿਉਂਦੇ ਪੁੱਤਰ ਧੀਆਂ ਮਰ ਜਾਂਦੇ, ਕੰਧ ਢਹਿ ਗਈ। ਧਨ ਚਲਿਆ ਗਿਆ, ਕੰਧ ਢਹਿ ਗਈ, ਫੇਰ ਵੀ ਜ਼ਮੀਨ ਤੇ ਆ ਗਿਆ। ਤੇ ਕਈ ਫਿਰ ਉਡਾਰੀ ਮਾਰ ਕੇ ਕੋਠਾ ਕੀ ਹੈ? ਸਵਰਗ। ਸਕਾਮ ਕਰਮ ਕਰਕੇ ਕੋਠੇ ਸਵਰਗ ਤੇ ਜਾ ਬੈਠੇ। ਪੁੰਨ ਖੀਣ ਹੋ ਗਏ, ਜਿਵੇਂ ਨੌਕਰਾ ਦਾ ਡਿੱਗਿਆ ਸੀ ਐਂ ਡਿੱਗਦੇ ਆ। ਫਿਰ ਜਿਵੇਂ ਪਹਾੜਾਂ ਤੋਂ ਰੋਡ ਸਿੱਟੀ ਦਾ ਪੱਥਰ ਰੁੜ ਦਿੰਦੇ, ਐਂ ਰੁੜਦੇ ਆ, ਮੁੜ ਕੇ ਫਿਰ ਉੱਥੇ ਆ ਗਏ। ਇਸ ਕਰਕੇ ਇਹ ਜਿਹੜੇ ਸਕਾਮੀ ਪੁਰਸ਼ ਹੈ, ਤੇ ਉਹਨਾਂ ਦੀਆਂ ਇਹ ਜੇ ਉਹ ਚਾਹਣ ਵੀ ਹੰਸ ਕੌਣ? ਤਤਵੇ ਤੇ ਮਹਾਂਪੁਰਸ਼। ਤਤਵੇ ਤੇ ਮਹਾਂਪੁਰਸ਼ ਉਹਨਾਂ ਦੀ ਰੀਸ ਕਰੇ ਜਿਨ੍ਹਾਂ ਨੇ ਤਤ ਮਿਥਿਆ ਦਾ ਵਿਵੇਚਨ ਕੀਤਾ। ਉਹ ਕਿਵੇਂ ਹੋ ਸਕਦਾ ਹੈ? ਉਹਨਾਂ ਦੀ ਉਡਾਰੀ ਬਹੁਤ ਲੰਮੀ ਹੈ। ਚਤੁਰਥ ਭੂਮਿਕਾ 400 ਕੋਹ ਦੀ ਉਡਾਰੀ ਦੀ ਤਰ੍ਹਾਂ ਉਹ ਚਤੁਰਥ ਭੂਮਿਕਾ ਤੁਰੀਆ ਪਦ ਵਿੱਚ ਉਡਾਰੀਆਂ ਮਾਰ ਰਹੇ ਨੇ। ਉਹਨਾਂ ਕੋਲ ਵਿਰਾਗ ਵਿਵੇਕ ਦੇ ਖੰਭ ਇੰਨੇ ਮਜ਼ਬੂਤ ਨੇ। ਉਹਨਾਂ ਨੇ ਨਾਮ ਰੂਪੀ ਹੀਰੇ ਖਾਧੇ ਹੋਇਆ, ਤੇ ਤੂੰ ਗੰਦਗੀ ਖਾਧੀ ਹੈ ਵਿਸ਼ਾ ਵਿਕਾਰਾਂ ਦੀ। ਇਸ ਕਰਕੇ ਇਹ ਜੀਵ ਉਹਨਾਂ ਦਾ ਮੁਕਾਬਲਾ ਤਤਵੇਤਿਆਂ ਦਾ ਨਹੀਂ ਕਰ ਸਕਦਾ ਹੈ। ਪੌੜੀ ਰਸਨਾ ਉਚਰੈ ਹਰ ਸ਼ਰਵਣੀ ਸੁਣੈ। ਜਿਹੜਾ ਭਾਈ ਰਸਨਾ ਦੇ ਨਾਲ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰੇ ਤੇ ਕੰਨਾਂ ਦੇ ਨਾਲ ਸੁਣਨਾ ਕਰੇ, ਸੋ ਉਧਰੈ ਮਿੱਤਾ। ਇਹ ਮਿੱਤਾ ਮਿੱਤਰਾ, ਸੋ ਉਹ ਪੁਰਸ਼ ਸੰਸਾਰ ਸਮੁੰਦਰ ਤੋਂ ਉਧਰ ਜਾਂਦਾ ਹੈ, ਤਰ ਜਾਂਦਾ ਹੈ। ਸਰਵਣੀ ਸੁਣੀਐ, ਰਸਨਾ ਗਾਈਐ, ਹਿਰਦੇ ਧਿਆਈਐ ਸੋਈ। ਤੇ ਜਿਹੜੇ ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ।
ਕਹੋ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈ ਧਾਮ। ਇਹ ਤੈਨੂੰ ਫਿਰ ਆਹ ਫਲ ਮਿਲੇਗਾ, ਜਮਾਂ ਦੇ ਲੋਕ ਨੂੰ ਹੀ ਜਾਏਗਾ। ਹੈ ਮਿੱਤਰਾ, ਹਰ ਜਸ ਲਿਖੈ ਲਾਏ ਭਾਵਨੀ। ਜਿਹੜੇ ਭਾਵਨਾ ਲਾ ਕੇ ਪਰਮਾਤਮਾ ਦੇ ਸੰਬੰਧੀ ਪੁਸਤਕਾਂ ਲਿਖਦੇ ਐ, ਜਸ ਲਿਖਦੇ ਐ, ਗੁਰਬਾਣੀ ਲਿਖ, ਅੱਗੇ ਗੁਰਬਾਣੀ ਲਿਖ ਕੇ ਗੁਰਸਿੱਖਾਂ ਨੂੰ ਗੁਰਸਿੱਖ ਦਿਆ ਕਰਦੇ, ਵੱਡਾ ਪੁੰਨ ਸੀ। ਗੁਰਮੁਖ ਹੱਥ ਸਕਤ ਹਨ, ਸਾਧ ਸੰਗਤ ਗੁਰ ਕਾਰ ਕਮਾਵੈ। ਪਾਣੀ ਪੱਖਾ ਪੀਣਾ ਪਹਿਰ ਧੋਏ ਚਰਨਾਤ ਪਾਵੈ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦਾਂ ਗਰਬਾਬ ਬਜਾਵੈ। ਹੱਥ ਸਭਲੇ ਹੁੰਦੇ ਨੇ। ਹਰ ਜਸ ਲਿਖੈ ਲਾਏ ਭਾਵਨੀ, ਪ੍ਰੇਮ ਲਾ ਕੇ। ਇਹ ਨਹੀਂ ਹੈ ਵੀ ਬੱਧਾ ਚੱਟੀ ਪਰ ਰਿਹਾ ਉਹਨੂੰ ਤਾਂ ਫਲ ਹੀ ਨਹੀਂ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਹਰ ਜਸ ਲਿਖੈ ਬੇਅੰਤ ਸੋਹੇ ਸੇ ਹੱਥਾ। ਉਹ ਹੱਥ ਸੋਭ ਨਹੀਂ ਖੋਗੇ। ਹਰ ਜਸ ਲਿਖੈ ਲਾਏ ਭਾਵਨੀ, ਜਿਹੜੇ ਭਾਵਨੀ ਲਾ ਕੇ ਲਿਖਦੇ ਹੈ ਗੁਰਬਾਣੀ ਸੰਬੰਧੀ ਜਾਂ ਫਿਰ ਹਰ ਜਸ ਲਿਖਦੇ ਹਨ। ਸੇ ਹਸਤ ਪਵਿੱਤਾ, ਉਹ ਪਵਿੱਤਰ ਹੋ ਗਏ ਹੱਥ। ਜਿਹੜੇ ਭਾਵਨਾ ਦੀ ਕਲਮ ਬਣਾ ਕੇ ਮਨ ਰੂਪੀ ਕਾਗਜ਼ ਦੇ ਉੱਪਰ ਪਰਮੇਸ਼ਰ ਦਾ ਜਪਣ ਰੂਪ ਨਾਮ ਲਿਖਦੇ ਆ, ਉਹ ਫਿਰ ਪ੍ਰੇਮ ਰੂਪੀ ਹੱਥ ਪਵਿੱਤਰ ਹੋ ਗਏ ਹਨ। 68 ਤੀਰਥ ਮੱਜਨ, 68 ਤੀਰਥਾਂ ਦੇ ਪੁਰਬਾਂ ਦਾ ਮੱਜਨ ਇਸ਼ਨਾਨ ਉਹਨਾਂ ਨੇ ਕਰ ਲਿਆ। ਮੰਨੋ ਸਭ ਪੁੰਨ ਤਿਨ ਕੀਤਾ। ਉਹਨਾਂ ਨੇ ਤਾਂ ਸਾਰੇ ਪੁੰਨ ਵੀ ਤਿਨਾਂ ਨੇ ਕਰ ਲਏ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਸੰਸਾਰ ਸਾਗਰ ਤੇ ਉਧਰੇ, ਸੰਸਾਰ ਸਾਗਰ ਤੋਂ ਪਾਰ ਹੋ ਗਏ। ਵੇਖਿਆ ਗੜ ਜਿੱਤਾ, ਉਹਨਾਂ ਨੇ ਵਿਸ਼ਿਆਂ ਦਾ ਗੜ ਕਿਲਾ ਜਿੱਤ ਲਿਆ ਹੈ। ਨਾਨਕ ਲੜ ਲਾਏ ਉਧਾਰਿਆਨ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਉਹਨਾਂ ਨੂੰ ਆਪਣੇ ਨਾਮ ਦੇ ਲੜ ਲਾ ਕੇ ਉਹਨਾਂ ਦਾ ਉਧਾਰ ਕਰ ਦਿੱਤਾ। ਦਇਓ ਸੇਵ ਅਮਿਤਾ, ਇਹ ਦੱਦਾ ਯਈਏ ਨੂੰ ਔਂਕੜਾ ਪਾਈ। ਇਹ ਉਹੀ ਤਰੀਦ ਦੇ ਨਾਲ ਦੱਦਾ ਈੜੀ ਦੀ ਬਿਹਾਰੀ ਲੱਗੀ ਹੋਵੇ, ਊੜੇ ਦਾ ਔਂਕੜ ਹੋਵੇ। ਦਇਓ ਉਸ ਤਰ੍ਹਾਂ ਪਾਠ ਬੋਲਣਾ। ਸਤਿਗੁਰੂ ਜੀ ਕਥਨ ਕਰਦੇ ਨੇ ਦਇਓ ਨਾਮ ਪ੍ਰੇਰਕ ਦਾ ਹੈ। ਪ੍ਰੇਰਕ ਵਾਹਿਗੁਰੂ ਦੀ ਸੇਵਾ ਕਰਦੇ ਜਿਹੜੇ, ਉਹ ਫੋਗਟ ਕਰਮ ਕਾਂਡ ਰੂਪ ਅਮਿਤਾ ਮਰਿਆਦਾ ਤੋਂ ਰਹਿਤ ਹੋ ਜਾਂਦੇ ਨੇ ਜਿਹੜੇ ਤੋਂ। ਇਸ ਕਰਕੇ ਉਹ ਪ੍ਰੇਰਕ ਵਾਹਿਗੁਰੂ ਦੀ ਸੇਵਾ ਕਰਦੇ ਨੇ ਜਿਹੜੇ, ਉਹ ਤਾਂ ਤਰਦੇ ਆ। ਉਹ ਫੋਕਟ ਕਰਮ ਕਾਂਡ ਆਦ ਅਮਿਤਾ ਮਰਿਆਦਾ ਤੋਂ ਰਹਿਤ, ਭਾਵ ਕੀ ਹੈ ਵੀ ਸੰਸਾਰ ਦੇ ਕਰਮ ਕਾਂਡ ਤੋਂ ਰਹਿਤ ਹੋ ਜਾਂਦੇ ਨੇ। ਪਰਮੇਸ਼ਰ ਨੂੰ ਆਪਣੇ ਸਰਨ ਰੂਪੀ ਲੜ ਪੱਲੇ ਵਿੱਚ ਪਰਮੇਸ਼ਰ ਨੇ ਉਹਨਾਂ ਨੂੰ ਲਾ ਲਿਆ। ਉਪਦੇਸ਼ ਦੇ ਕੇ ਉਹਨਾਂ ਨੂੰ ਸਾਸ ਨੂੰ ਉਧਾਰ ਦਿੱਤਾ ਹੈ। ਆਪਣੇ ਸ਼ਰਨ ਰੂਪੀ ਲੜ ਲਾ ਕੇ, ਨਾਮ ਰੂਪੀ ਪੱਲੇ ਨਾਲ ਲਾ ਕੇ, ਉਪਦੇਸ਼ ਰੂਪੀ ਪੱਲੇ ਨਾਲ ਲਾ ਕੇ ਉਹਨਾਂ ਦਾ ਉਧਾਰ ਕਰ ਦਿੱਤਾ ਹੈ। ਸ਼ਲੋਕ ਮਹੱਲਾ ਪੰਜਵਾ। ਅੱਗੇ ਮਹਾਰਾਜ ਸਾਹਿਬ ਜੀ ਫੇਰ ਫਰਮਾਨ ਕਰਦੇ ਹਨ। ਧੰਦੜੇ ਕੁਲਾਹ, ਮਹਾਰਾਜ ਸਾਹਿਬ ਕਹਿੰਦੇ ਸੰਸਾਰ ਦੇ ਜਿਹੜੇ ਧੰਦੜੇ ਧੰਦੇ, ਕੁਲਾਹਾ, ਕੁਲਾਹਾ ਦਾ ਮਤਲਬ ਹੈ ਖੋਟਾ ਲਾਹਾ। ਇਹ ਅਸਲੀ ਲਾਹਾ ਨਹੀਂ ਹੈ। ਲਾਹਾ ਖੋਟਾ ਲਾਹਾ ਦੇਣ ਵਾਲੇ ਨੇ। ਚਿਤ ਨ ਆਵੇ ਹੇਕੜੋ, ਇਹਨਾਂ ਧੰਦਿਆਂ ਵਿੱਚ ਫਸਿਆ ਹੋਇਆ ਚਿੱਤ ਮਨ ਜਿਹੜਾ ਹੈ, ਹੇਕੜੋ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਉਹਨਾਂ ਦੇ ਚੇਤੇ ਨਹੀਂ ਆਉਂਦਾ ਵਾਹਿਗੁਰੂ ਪਰਮੇਸ਼ਰ। ਨਾਨਕ ਸਹੀ ਤਨ ਫਟਨ, ਮਹਾਰਾਜ ਸਾਹਿਬ ਕਹਿੰਦੇ ਸਹੀ ਉਹ ਤਨ ਸਰੀਰ ਫੁਟਨ, ਫੁੱਟਦੇ ਨੇ, ਕੋੜੀ ਹੋ ਕੇ ਮਰਦੇ ਆ। ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਨਾ ਕਰਨ ਦੁਖੀ ਹੁੰਦੇ ਹਨ। ਨਾਨਕ ਸਹੀ ਤਨ ਫੁਟਨ, ਸਤਿਗੁਰੂ ਜੀ ਕਥਨ ਕਰਦੇ ਨੇ ਸਹੀ ਤਨ ਸਰੀਰ ਫੁਟਨ, ਫੁੱਟਦੇ ਨੇ, ਭਾਵ ਜੰਮਦੇ ਮਰਦੇ ਨੇ, ਕੋੜੀ ਹੋ ਕੇ ਫੁੱਟਦੇ ਆ, ਮੂੰਹ ਫੁੱਟਦੇ ਆ, ਕੋੜ ਹੋ ਜਾਂਦਾ ਮੂੰਹ ਤੇ। ਜਿਨ੍ਹਾਂ ਸਾਈਂ ਬੋਲਦੇ ਜੀ, ਜਿਨ੍ਹਾਂ ਸਾਈਂ ਵਿਸਰੈ, ਜਿਨ੍ਹਾਂ ਨੂੰ ਮੇਰਾ ਸਾਈਂ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਜਿਸ ਤਰ੍ਹਾਂ ਜੈ ਤਨ ਬਾਣੀ ਬਿਸਰ ਜਾਏ, ਜੋ ਪੱਕਾ ਰੋਗੀ ਬਿਲੜਾਏ, ਇਹ ਹਾਲਤ ਹੁੰਦੀ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ ਜੀ। ਪ੍ਰਿਤਹੁ ਕੀਤੋਨ ਦੇਵਤਾ, ਤੇ ਇਹਨੂੰ ਕੀਤੋਨ, ਤੇ ਇੱਕ ਪਿੱਛੇ ਪੌੜੀ ਦੇ ਵਿੱਚ ਜਿਹੜੇ ਇਹ 5 ਪਾਠ ਨੇ, ਮਿੱਤਾ, ਪਵਿੱਤਾ, ਕੀਤਾ, ਜਿੱਤਾ, ਅਮਿਤਾ, ਇਹ ਸਾਰੀ ਅਦਕ ਦੇ ਨਾਲ ਹੀ ਉਚਾਰਨ ਕਰ ਰਹੇ ਹਾਂ। ਪਿਛਲੀ ਪੌੜੀ ਜਿਹੜੀ ਸੀ ਰਹਿ ਗਿਆ ਸੀ, ਉੱਥੇ ਮੇਰੇ ਬਾਅਦ ਚ ਚੇਤੇ ਆਇਆ। ਇਸ ਕਰਕੇ ਭਾਈ ਅੱਗੇ ਹੁਣ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਕਹਿੰਦੇ ਉਹ ਪਰਮੇਸ਼ਵਰ ਵਾਹਿਗੁਰੂ, ਦੁਆਰੇ ਬੋਲ ਦਿਓ ਜੀ ਹੁਣ। ਪ੍ਰਿਤਹੁ ਕੀਤੋਨ ਦੇਵਤਾ, ਤਿੰਨ ਉਸ, ਸਾਰਾ ਬੋਲ ਦਿਓ ਜੀ। ਤਿੰਨ ਕਰਣਾ ਹਾਰੇ, ਤਿੰਨ ਉਸ ਕਰਨੇ ਹਾਰੇ ਰਚਨਹਾਰ ਪਰਮੇਸ਼ਵਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਪ੍ਰੇਤੋਂ ਪ੍ਰੇਤਾਂ ਤੋਂ, ਜਿਨ੍ਹਾਂ ਨੇ ਦੇਵਤਾ ਤੇ ਦੇਵਤਾ ਸੁਰ ਕੀਤੋਨ ਕੀਤਾ ਕਰ ਦਿੱਤਾ ਹੈ, ਤੇ ਜਿਨ੍ਹਾਂ ਨੇ ਪ੍ਰੇਤੋਂ ਪ੍ਰੇਤ ਵਰਗੇ ਮੰਦੇ ਸੁਭਾਅ ਹਨ ਜਿਨ੍ਹਾਂ ਦੇ,
ਉਹਨਾਂ ਨੂੰ ਸਤਿਗੁਰਾਂ ਨੇ ਦੇਵਤੇ ਪ੍ਰਕਾਸ਼ ਰੂਪ ਬ੍ਰਹਮ ਦੇ ਬੇਤੇ ਬਣਾ ਦਿੱਤਾ, ਗਿਆਨਵਾਨ ਬਣਾ ਦਿੱਤਾ। ਦੇਹ ਅਧਿਆਸ ਰੂਪੀ ਪ੍ਰੇਤ ਨੂੰ ਦੇਵਤਾ ਦਿਵ ਰੂਪ ਬਣਾ ਕੇ ਆਪਣੀ ਸਿਖਿਆਤਾਕਾਰ ਵਾਲੇ ਗਿਆਨਵਾਨ ਬਣਾ ਦਿੱਤਾ। ਇਹ ਤਿੰਨ ਉਸ ਕਰਨੇ ਹਰ ਪਰਮੇਸ਼ਰ ਵਾਹਿਗੁਰੂ ਨੂੰ ਬੜੀ ਕਿਰਪਾਲਤਾ ਕੀਤੀ ਹੈ। ਸਭੇ ਸਿੱਖ ਉਬਾਰਿਆਨ, ਸਾਰੇ ਬੋਲੋ। ਪ੍ਰਭ ਕਾਜ ਸਵਾਰੇ, ਪ੍ਰਭੂ ਪਰਮੇਸ਼ਰ ਨੇ ਆਪ ਹੀ ਸਭੇ ਸਾਰੇ ਜਿੰਨੇ ਸਿੱਖ ਹੈ ਗੁਰਸਿੱਖ ਉਹਨਾਂ ਦੇ ਕਾਰਜ ਲੋਕ ਪਰਲੋਕ ਦੇ ਸਵਾਰੇ। ਸਤਿਗੁਰ ਤੁਮਰੇ ਕਾਜ ਸਵਾਰੇ ਲਿਖਿਆ ਨਾ, ਉਹ ਸਾਰੇ ਲੋਕ ਪਰਲੋਕ ਕਾਜ ਸਵਾਰ ਕੇ ਉਬਾਰਿਆਂ ਨੂੰ ਬਚਾ ਲਿਆ ਹੈ। ਨਿੰਦਕ ਪਕੜ ਪਛਾੜਿਆਨ, ਜਿਹੜੇ ਨਿੰਦਕ ਸੀ ਪਰਮੇਸ਼ਰ ਨੇ ਪਕੜ ਫੜ ਕੇ ਪਛਾੜਿਆਂ, ਪਟਕਾ ਕੇ ਮਾਰਨਾ ਕੀਤੇ, ਜਿਵੇਂ ਕੰਸ ਨੂੰ ਪਟਕਾ ਕੇ ਮਾਰਿਆ ਸੀ। ਸੰਤਾਂ ਦਾ ਨਿੰਦਕ ਸੀ, ਦੋਖੀ ਸੀ। ਇਸ ਪ੍ਰਕਾਰ ਫਿਰ ਇਹ ਹਾਲਤ ਹੁੰਦੀ ਆ ਉਹਨਾਂ ਦੀ। ਝੂਠੇ ਦਰਬਾਰੇ, ਪਰਮਾਤਮਾ ਆਪਣੇ ਦਰਬਾਰੇ ਨਿਆਂ ਸਭਾ ਦੇ ਵਿੱਚ ਉਹਨਾਂ ਨੂੰ ਝੂਠੇ ਕੂੜੇ ਕੀਤਾ। ਉਹਨਾਂ ਨੇ ਵੀ ਇਹ ਝੂਠ ਬੋਲਦੇ ਰਹੇ, ਬੇਵਿਚਾਰ ਕਰਦੇ ਰਹੇ, ਸੰਤਾਂ ਭਗਤਾਂ ਨੂੰ ਦੁੱਖ ਦਿੰਦੇ ਰਹੇ, ਇਉਂ ਕੂੜੇ ਕਰਕੇ ਨਰਕਾਂ 'ਚ ਸਿੱਟ ਦਿੱਤੇ। ਨਾਨਕ ਕਾ ਪ੍ਰਭ ਵੱਡਾ ਹੈ। ਸਤਿਗੁਰੂ ਜੀ ਕਥਨ ਕਰਦੇ ਆ, ਸਾਡਾ ਪਰਮੇਸ਼ਰ ਤਾਂ ਭਾਈ ਸਭ ਤੋਂ ਵੱਡਾ ਸ਼੍ਰੋਮਣੀ ਹੈ। ਉਹਨੇ ਆਪ ਹੀ ਜਗਤ ਨੂੰ ਸਾਜ ਕਰਕੇ ਆਪ ਸਾਜ ਸਵਾਰੇ, ਆਪ ਸਾਜ ਕੇ ਸਵਾਰਨਾ ਕੀਤਾ। ਆਪ ਹੀ ਸਾਧਨ ਸਾਜੇ ਨੇ, ਆਪ ਹੀ ਗਿਆਨ ਆਦਿਕ ਸਵਾਰ ਦਿੱਤੇ ਨੇ, ਆਪ ਹੀ ਪੰਜ ਤੱਤਾਂ ਦੀ ਜਿਹੜੀ ਸਾਜਨਾ ਕੀਤੀ ਹੈ, ਆਪ ਹੀ ਪੰਜਾਂ ਤੱਤਾਂ ਦੁਆਰਾ ਸਰੀਰ ਸਵਾਰੇ ਹੈ, ਆਪ ਹੀ ਸੂਖਮ ਤੱਤਾਂ ਦੁਆਰਾ ਅਸਥੂਲ ਤੱਤ ਸਾਜੇ ਨੇ, ਆਪ ਹੀ ਗੁਣਾਂ ਦੇ ਸਮੇਤ ਸਵਾਰੇ ਹੋਏ ਹਨ। ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹਿ, ਉਹ ਪ੍ਰਭੂ ਬੇਅੰਤ ਹੈ, ਅੰਤ ਤੋਂ ਰਹਿਤ ਹੈ। ਜੀਵ ਉਹਦਾ ਕੁਝ ਵੀ ਅੰਤ ਨਹੀਂ, ਓੜਕ ਨਹੀਂ ਪਾ ਸਕਦੇ ਹਨ। ਸਭ ਤਿਸੈ ਕਰਣਾ, ਉਹ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ। ਸਭ ਸਾਰਾ ਕੁਝ ਉਸੇ ਪਰਮੇਸ਼ਰ ਨੇ ਕਰਨਾ, ਜਿਹੜਾ ਕਰਨਾ ਹੈ ਉਸੇ ਨੇ ਕਰਨਾ, ਜੀਵ ਕੁਝ ਨਹੀਂ ਕਰ ਸਕਦੇ। ਜੋ ਕੁਝ ਪਿੱਛੇ ਕੀਤਾ ਸੀ ਤੇ ਉਹ ਵੀ ਪਰਮੇਸ਼ਰ ਨੇ ਕੀਤਾ, ਹੁਣ ਕੀਤਾ ਉਹ ਵੀ ਪਰਮੇਸ਼ਰ, ਅੱਗੇ ਨੂੰ ਕਰਨਾ ਉਹ ਵੀ ਪਰਮੇਸ਼ਰ ਨੇ। ਤੇ ਸਾਰਿਆਂ ਦੇ ਉੱਪਰ ਪਰਮੇਸ਼ਰ ਦੀ ਕਰਨਾ ਕਿਰਪਾ ਹੈ। ਕਰਨਾ ਕਿਰਪਾ ਨੂੰ ਵੀ ਕਹਿੰਦੇ, ਉਹਦੀ ਕਿਰਪਾ ਹੈ। ਅਗਮ ਅਗੋਚਰ ਸਾਹਿਬ, ਉਹ ਮਨ ਦੀ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਸਭ ਸਾਰਿਆਂ ਦਾ ਸਹਿ ਮਾਲਕ ਹੈ। ਜੀਆਂ ਕਾ ਪਰਣਾ, ਸਾਰੇ ਜੀਵਾਂ ਦਾ ਪਰਣਾ ਆਸਰਾ ਰੂਪ ਬ੍ਰਹਮ ਚੇਤਨ ਹੈ। ਹਸਤ ਦੇ ਪ੍ਰਤਪਾਲ ਦਾ, ਉਹ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਸਾਰਿਆਂ ਪ੍ਰਤ ਤਾਂ ਹੀ ਪਾਲਣਾ ਕਰਦਾ ਹੈ। ਭਰਨ ਪੋਖਣ ਕਰਨਾ, ਸਾਰਿਆਂ ਦੇ ਪੇਟਾਂ ਨੂੰ ਭਰ ਕੇ ਖੁਰਾਕ ਦੇ ਕੇ ਪੋਖਣ ਪੁਸ਼ਟੀ ਕਰਦਾ ਹੈ। ਇਉਂ ਸਾਰਿਆਂ ਨੂੰ ਰੋਜੀ ਆਦਿਕ ਦਿੰਦਾ ਹੈ। ਐਸਾ ਪਰਮੇਸ਼ਰ ਹੈ। ਮਿਹਰਬਾਨ ਬਖਸ਼ਿੰਦ ਆਪ, ਉਹ ਆਪ ਪਰਮੇਸ਼ਰ ਮਿਹਰਬਾਨ, ਮਿਹਰ ਦਇਆ ਕਰਨ ਵਾਲਾ ਹੈ। ਬਖਸ਼ਿੰਦ ਬਖਸ਼ਿਸ਼ ਕਰਨ ਵਾਲਾ ਹੈ, ਕਰਨ ਬਖਸ਼ੀ ਕਰਦਾ ਹੈ। ਜਪ ਸੱਚੇ ਤਰਣਾ, ਇਹ ਭਾਈ ਸੱਚੇ ਸਤ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਤਰਨਾ, ਉਦਰੀ ਦਾ ਤਰ ਜਾਈਦਾ ਹੈ। ਜੋ ਤੁਧ ਭਾਵੈ ਸੋ ਭਲਾ, ਵਾਹਿਗੁਰੂ ਸਾਹਿਬ ਜੀ ਜੋ ਕਰਦਾ ਭਾਈ ਉਹ ਭਲਾ ਹੀ ਹੈ। ਨਾਨਕ ਦਾਸ ਸਰਣਾ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਵਾਹਿਗੁਰੂ, ਜਿਹੜਾ ਵੀ ਕੁਝ ਤੁਧ ਤੈਨੂੰ ਪਾਉਂਦਾ ਹੈ ਉਹੀ ਸਾਡੇ ਲਈ ਭਲਾ ਹੈ। ਮਹਾਰਾਜ, ਅਸੀਂ ਦਾਸ ਸੇਵਕ ਤੇਰੀ ਸਰਣਾ ਓਟ ਦੇ ਵਿੱਚ ਆਏ ਹਾਂ। ਸ਼ਲੋਕ ਮਹੱਲਾ ਪੰਜਵਾ। ਹਾਂ, ਪੰਜਵੇਂ ਪਾਤਸ਼ਾਹ ਫੇਰ ਸ਼ਲੋਕ ਦੀ ਕਿਰਪਾ ਕਰਦੇ ਨੇ ਜੀ। ਤਿਨਾ ਭੁੱਖ ਨਾ ਕਾ ਰਹੀ, ਤੇ ਕਹਿੰਦੇ ਤਿਨਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਆਸਾ ਰੂਪੀ ਭੁੱਖ ਨਹੀਂ ਰਹੀ ਹੈ ਪਦਾਰਥਾਂ ਦੀ। ਜਿਸ ਦਾ ਪ੍ਰਭ ਹੈ ਸੋਏ, ਜਿਹਦਾ ਪ੍ਰਭੂ ਪਰਮੇਸ਼ਰ ਰਾਖਾ ਹੋ ਗਿਆ ਹੈ, ਪਾਲਕ ਹੋ ਗਿਆ ਹੈ, ਸਿਰ ਤੇ ਜਿਹਦੇ ਵਾਹਿਗੁਰੂ ਦਾ ਹੱਥ ਹੋ ਗਿਆ ਹੈ, ਵਾਹਿਗੁਰੂ ਦਾ ਨਾਮ ਜਿਨ੍ਹਾਂ ਨੂੰ ਮਿਲ ਗਿਆ ਹੈ, ਉਹਨਾਂ ਨੂੰ ਕੋਈ ਭੁੱਖ ਨਹੀਂ ਰਹੀ ਨਾਮ ਤੋਂ ਬਿਨਾ। ਨਾਨਕ ਚਰਣੀ ਲੱਗਿਆ, ਸਤਿਗੁਰੂ ਜੀ ਕਥਨ ਕਰਦੇ ਚਰਨਾ ਸ਼ਰਨਾਂ 'ਚ ਲੱਗਿਆ ਹੋਇਆ ਜਿਹੜੇ ਗੁਰੂ ਦੇ ਪਰਮੇਸ਼ਰ ਦੇ ਚਰਨੀ ਲੱਗਦੇ ਨੇ। ਉਧਰੈ ਸਭੋ ਕੋਇ, ਉਹ ਸਾਰੇ ਸਤਿਯੁਗ ਤ੍ਰੇਤਾ ਦੁਆਪਰ ਤੋਂ ਉਧਰਦੇ ਆਏ ਨੇ, ਕਲਯੁਗ ਦੇ ਕਿਉਂ ਨਹੀਂ ਉਧਰਨਗੇ? ਉਹ ਸਾਰੀ ਜਗ੍ਹਾ ਉਹਨਾਂ ਦਾ ਉਧਾਰ ਹੁੰਦਾ ਹੈ, ਸਾਰੇ ਯੁਗਾਂ 'ਚ ਜੀਵਾਂ ਦਾ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਫਰਮਾਉਂਦੇ ਆ, ਜਾਚਕ ਮੰਗੈ ਨਿਤ ਨਾਮ, ਭਗਤ ਜਨ ਪਰਮੇਸ਼ਰ ਦੇ ਦਰ, ਉਹਦੇ ਦਰ ਦੇ ਵਿੱਚ ਜਾਚਕ ਮੰਗਦਾ ਹੋ ਕੇ ਨਿਤ ਨਿਤਾ ਪ੍ਰਤੀ ਨਾਮ ਦੀ ਖੈਰ ਮੰਗਦੇ ਆ। ਜਿਵੇਂ ਆਟਾ ਦਾਣਾ ਮੰਗਦੇ ਨਾ ਮੰਗਤੇ, ਤੇ ਉਹ ਨਾਮ ਦੀ ਖੈਰ ਮੰਗਦੇ ਹਨ। ਸਾਹਿਬ ਕਰੇ ਕਬੂਲ, ਸਾਹਿਬ ਪਰਮੇਸ਼ਰ ਉਹਨਾਂ ਦੀ ਬੇਨਤੀ ਕਬੂਲ ਪ੍ਰਵਾਨ ਕਰੇ, ਕਰਦਾ ਹੈ, ਉਹਨਾਂ ਨੂੰ ਨਾਮ ਦੇ ਦਿੰਦਾ। ਜੈਸੀ ਭੂਖ ਤੈਸੀ ਕਾ ਪੂਰਕ, ਨਾਨਕ ਪਰਮੇਸ਼ਰ ਜਜਮਾਨ। ਸਤਿਗੁਰੂ ਜੀ ਕਥਨ ਕਰਦੇ ਨੇ
ਜਿਨ੍ਹਾਂ ਨੂੰ ਪਰਮੇਸ਼ਰ ਆਪ ਜਜਮਾਨ ਦਾਨ ਦੇਣ ਵਾਲਾ ਹੋ ਗਿਆ ਹੈ, ਤਿਸਹਿ ਭੁਖ ਨ ਮੂਲ। ਤੇ ਉਹਨਾਂ ਨੂੰ ਫਿਰ ਭਾਈ ਭੁੱਖ ਪਦਾਰਥਾਂ ਦੀ ਤ੍ਰਿਸ਼ਨਾ ਆਸਾ ਕਦਾਚਿਤ ਨਹੀਂ ਹੈ। ਇਹ ਨਹੀਂ ਫਿਰ ਉਹਨਾਂ ਨੂੰ ਲੱਗਦੀ ਹੈ, ਇੱਕ ਨਾਮ ਦੀ ਉਹ ਭੁੱਖ ਲੱਗਦੀ ਹੈ, ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਪੌੜੀ ਮਨ ਰਤਾ ਗੋਵਿੰਦ ਸੰਗ। ਤੇ ਮਨ ਦੁਬਾਰੇ ਬੋਲੋ ਜੀ। ਮਨ ਰਤਾ ਗੋਵਿੰਦ ਸੰਗ। ਤੇ ਜਿਨ੍ਹਾਂ ਦਾ ਮਨ ਹਿਰਦਾ ਗੋਬਿੰਦ ਪਰਮੇਸ਼ਰ ਦੇ ਸੰਗ ਨਾਲ ਰੱਤਾ ਰੰਗਿਆ ਗਿਆ ਹੈ, ਸੱਚ ਭੋਜਨ ਜੋੜੇ। ਉਹਨਾਂ ਦਾ ਇਹੋ ਹੀ ਸੱਚਾ ਭੋਜਨ ਨਾਮ ਦਾ ਹੀ ਭੋਜਨ ਹੈ। ਜੋੜੇ ਪੋਸ਼ਾਕੇ ਵੀ ਇਹੀ ਨੇ ਉਹਨਾਂ ਦਾ ਪਹਿਨਣਾ ਵੀ ਨਾਮ ਤੇ ਨਾਮ ਜਪਣਾ, ਇਹ ਉਹਨਾਂ ਦਾ ਪਦਾਰਥ ਖਾਣਾ ਹੈ। ਤੇ ਇਹੀ ਉਹਨਾਂ ਦਾ ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਇਹ ਉਹਨਾਂ ਨੂੰ ਕਿਉਂਕਿ ਭੁੱਖੇ ਨਾਮ ਦੀ ਲੱਗੀ ਹੈ, ਸਾਚੇ ਨਾਮ ਕੀ ਲੱਗ ਹੈ ਭੁੱਖ। ਇਹ ਉਹਨਾਂ ਦਾ ਖਾਣਾ ਨਾਮ ਰੂਪੀ ਹੈ, ਪੋਸ਼ਾਕੇ ਪਹਿਨਣੇ ਤੇ ਇਹ ਵੀ ਨਾਮ ਹੀ ਹੈ। ਜਿਸ ਤਰ੍ਹਾਂ ਮਹਾਰਾਜ ਸਾਹਿਬ ਨੇ ਸ੍ਰੀ ਰਾਗ 'ਚ ਨਹੀਂ ਕਥਨ ਕੀਤਾ, ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਇਹ ਉਹਨਾਂ ਦਾ ਹੁੰਦਾ ਹੈ। ਪ੍ਰੀਤ ਲੱਗੀ ਹਰ ਨਾਮ ਸਿਓ। ਜਿਨ੍ਹਾਂ ਦੀ ਹਰੀ ਪਰਮੇਸ਼ਰ ਦੇ ਨਾਲ ਪ੍ਰੀਤੀ ਲੱਗ ਗਈ ਹੈ। ਇਹ ਹਸਤੀ ਘੋੜੇ। ਇਹ ਇਹੋ ਜਿਹੇ ਉਹਨਾਂ ਦੇ ਹਸਤੀ ਹਾਥੀ ਘੋੜੇ। ਭਾਵ ਕੀ ਹੈ, ਜਿਵੇਂ ਪ੍ਰਤੱਖ ਹਾਥੀ ਘੋੜਿਆਂ ਦੇ ਸ਼ੌਕੀਨ ਲਈ ਫਿਰਦੇ ਆ, ਕਹਿੰਦੇ ਉਹਨਾਂ ਦੇ ਕੋਲ ਸਰਬਨ ਮੰਨਣ ਕਰਨ ਰੂਪੀ ਦਾ ਘੋੜੇ ਆ ਗਏ। ਪਰਮਾਤਮਾ ਦਾ ਸਰਬਨ ਮੰਨਣ ਕੀਤਾ, ਨਿਧਿਆਸਨ ਰੂਪੀ ਹਾਥੀ ਤੇ ਚੜ੍ਹਦੇ ਆ। ਫਿਰ ਇਹ ਉਹਨਾਂ ਦੇ ਹਾਥੀ ਘੋੜੇ ਸਵਾਰੀ ਇਹਨਾਂ ਤੇ ਕਰਦੇ ਹਨ। ਰਾਜ ਮਿਲਖ ਖੁਸ਼ੀਆ ਘਣੀ। ਜਿਹੜੇ ਪਰਮੇਸ਼ਰ ਦੇ ਨਾਮ ਨੂੰ, ਦੁਬਾਰੇ ਸਾਰੀ ਪੰਕਤੀ ਬੋਲ। ਰਾਜ ਮਿਲਖ ਖੁਸ਼ੀਆ ਘਣੀ, ਧਿਆਏ ਮੁਖ ਨਾ ਮੋੜੇ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣ ਤੋਂ ਮੁਖ ਮੂੰਹ ਨੂੰ ਨਾ ਨਹੀਂ ਮੋੜਦੇ। ਤੇ ਫਿਰ ਕਹਿੰਦੇ ਉਹਨਾਂ ਨੂੰ ਇਹੋ ਜਿਹਾ ਰਾਜ ਭਾਗ ਤੇ ਮਿਲਕ ਜਗੀਰਾਂ ਦੀਆਂ ਘਣੀ ਬਹੁਤੀਆਂ ਖੁਸ਼ੀਆਂ ਪ੍ਰਸੰਨਤਾ ਮਿਲਦੀਆਂ ਹਨ। ਪ੍ਰਤੱਖ ਰਾਜ ਵੀ ਹਨੇ ਹਨੇ ਕੀਚਿਆ ਪਾਤਸ਼ਾਹੀ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਮੇਰਾ ਹਰ ਘੋੜ ਸਵਾਰ ਅੱਜ ਨਿਹੰਗ ਸਿੰਘ ਨੂੰ ਮਿਲਿਆ, ਕਹਿੰਦਾ ਆਓ ਪਾਤਸ਼ਾਹ ਜੀ। ਮਹਾਰਾਜ ਨੇ ਪਾਤਸ਼ਾਹੀ ਭਗਤੀ ਜਨਾਂ ਕੋ ਦਿੱਤੀਆਂ। ਤੋ ਇਸ ਪ੍ਰਕਾਰ ਫਿਰ ਭਾਈ ਉਹਨਾਂ ਨੂੰ ਖੁਸ਼ੀਆਂ ਲੋਕ ਪਰਲੋਕ ਦੀਆਂ, ਇਹ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਰਾਜ ਉੱਥੇ ਆਤਮਿਕ ਰਾਜ ਦੇ ਦਿੱਤਾ। ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਬਨਾਸੀ। ਇਹੀ ਮਿਲਖਾਂ ਜਗੀਰਾਂ ਉਹਨਾਂ ਨੂੰ ਮਿਲ ਗਈਆਂ, ਜਿਹੜਾ ਅਭੇਦਤਾ ਰੂਪ ਇਹ ਘਣੀਆਂ ਬਹੁਤੀਆਂ ਖੁਸ਼ੀਆਂ ਮਿਲ ਗਈਆਂ ਹੈ। ਢਾਡੀ ਦਰ ਪ੍ਰਭ ਮੰਗਣਾ। हे ਪ੍ਰਭੂ ਪਰਮੇਸ਼ਰ, ਅਸੀਂ ਤੇਰੇ ਸਾਧ ਸੰਗਤ ਰੂਪੀ ਦਰ ਦੇ ਢਾਡੀ ਕੀਰਤਨੀਏ ਜਸ ਉਚਾਰਨ ਕਰਨ ਵਾਲੇ ਹਾਂ। ਮਹਾਰਾਜ ਕਹਿੰਦੇ ਦਰ ਕਦੇ ਨਾ ਛੋੜੇ। ਅਸੀਂ ਇਹੋ ਮੰਗਣਾ ਮੰਗਦੇ ਹਾਂ ਕਿ ਆਪ ਜੀ ਦਾ ਗਿਆਨ ਰੂਪੀ ਦਰ ਦਰਵਾਜ਼ਾ ਜਾਂ ਫਿਰ ਸਰੂਰ ਰੂਪੀ ਦਰ ਦਰਵਾਜ਼ਾ ਕਦਾ ਚਿਤ ਵੀ ਕਦੇ ਨਾ ਛੋੜੇ। ਅਸੀਂ ਛੱਡੀਏ ਨਾ ਮਹਾਰਾਜ, ਤੇਰੇ ਦਰਵਾਜ਼ੇ ਨੂੰ ਕਦੇ ਨਹੀਂ ਛੱਡਾਂਗੇ। ਨਾਨਕ ਮਨ ਤਨ ਚਾਓ ਇਹੋ। ਮਹਾਰਾਜ ਕਹਿੰਦੇ ਸਾਡੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ, ਮਨ ਹਿਰਦੇ ਵਿੱਚ ਤਨ ਸਰੀਰ ਦੇ ਵਿੱਚ ਇਹੋ ਚਾਉ ਉਤਸ਼ਾਹ ਲੱਗ ਗਿਆ ਹੈ। ਨਿਤ ਪ੍ਰਭ ਕੋ ਲੋੜੇ। ਨਿਤਾ ਪ੍ਰਤੀ ਅਸੀਂ ਆਪ ਨੂੰ ਲੋੜੇ ਚਾਹੁੰਦੇ ਹਾਂ, ਸਾਨੂੰ ਇਹੀ ਲੋੜ ਲੱਗੀ ਹੈ, ਹੋਰ ਨਹੀਂ ਕੋਈ। ਤੇ ਆਪ ਕਿਸ ਤਰ੍ਹਾਂ ਪ੍ਰਾਪਤ ਹੋਵੋ, ਬਸ ਇਹੀ ਲੋੜ ਰਹਿ ਗਈ ਹੈ। ਨਿਤ ਪ੍ਰਭ ਕੋ ਲੋੜੇ, ਹਰ ਵਕਤ ਚਾਹ ਲੱਗੀ ਹੈ ਵੀ ਕਦੋਂ ਪ੍ਰਮਾਤਮਾ ਮਿਲੇ। ਜਿਵੇਂ ਫਰੀਦ ਹੋ ਕੇ ਲੈਂਦਾ ਸੀ, ਅਜੇ ਉਸ ਰੱਬ ਨੂੰ ਬੌੜਿਓ ਦੇਖ ਬੰਦੇ ਦੇ ਭਾਗ, ਆਸ ਲੱਗੀ ਰਹਿੰਦੀ ਹੈ। ਤੋ ਇਸ ਪ੍ਰਕਾਰ ਮਹਾਰਾਜ ਨੇ ਕਥਨ ਕੀਤਾ ਸੁਧ ਕੀਚੇ। ਮਹਾਰਾਜ ਸਾਹਿਬ ਜੀ ਨੇ ਇੱਥੇ ਅਖੀਰ ਦੇ ਵਿੱਚ, ਇੱਥੇ ਕਿਉਂਕਿ ਬਾਰ ਸਮਾਪਤ ਹੋਈ ਹੈ, ਇੱਥੇ ਪਾਠ ਹੈ ਸੁਧ ਕੀਚੇ। ਇਹਦੀ ਥੋੜੀ ਜਿਹੀ ਵਿਚਾਰ ਕਰ ਲਈਏ ਫਿਰ ਸਮਾਪਤੀ ਹੈ। ਇਹਦਾ ਮਤਲਬ ਸੁਧ ਇੱਕ ਰਾਗ ਦਾ ਨਾਮ ਹੈ ਵੀ ਇਹ ਸੁਧ ਕੀਚੇ ਜਿੱਥੇ ਆ ਜਾਵੇ ਉੱਥੇ ਤਾਂ ਸੰਕੀਰਨ ਰਾਗ, ਜਿੱਥੇ ਕੱਲਾ ਸੁਧ ਆਵੇ ਵੀ ਇਹ ਸੁਧ ਰਾਗ ਹੈ। ਸੁਧ ਕੀਚੇ ਸੰਕੀਰਨ ਰਾਗ ਹੈ, ਇਹਦੇ ਚ ਹੋਰ ਵੀ ਰਾਗ ਮਿਕਸ ਹੈ। ਇਹਨੂੰ ਮਿਸਰਤ ਰਾਗ ਕਹਿੰਦੇ ਨੇ, ਉਹਨੂੰ ਕਹਿੰਦੇ ਸੁਧ ਕੀਚੇ। ਭਾਵ ਜਿਹਦੇ ਵਿੱਚ ਇਹਦਾ ਅੱਗੇ ਹੋਰ ਵੀ ਭਾਵ ਹੈ, ਜਿਹਦੇ ਚ ਬਖਿਆਨ ਵੀ ਹੋਵੇ ਅਲਾਪ ਵੀ ਹੋਵੇ, ਉਹਨੂੰ ਸੁਧ ਕੀਚੇ ਕਹਿੰਦੇ ਆ। ਇੱਥੇ ਸ਼ਲੋਕ 'ਚ ਅਲਾਪ ਹੈ ਤੇ ਪੌੜੀਆਂ ਵਿੱਚ ਬਖਿਆਨ ਹੈ, ਇਸ ਕਰਕੇ ਮਿਸਰਤ ਰਾਗ ਹੋਣ ਕਰਕੇ ਤੈਨੂੰ ਸੁਧ ਕੀਚੇ ਲਿਖਿਆ। ਸੁਧ ਕਿਲੇ ਰਾਗ ਦਾ ਨਾਮ ਹੈ। ਇੱਥੇ ਗੁਰੂ ਸਾਹਿਬ ਨੇ ਸੁਧ ਵੀ ਇਹ ਜਿਹੜਾ ਸੁਧ ਗੌੜੀ ਰਾਗ ਦਾ ਉਚਾਰਨ ਕੀਚੇ ਕੀਤਾ ਹੈ, ਤੇ ਇਸ ਕਰਕੇ ਕੋਈ ਇਸ ਬਾਣੀ ਦੇ ਉੱਤੇ ਕਲਮ ਨਾ ਚੁੱਕੇ, ਕੋਈ ਅੱਖਰ ਦੀ ਅਦਲਾ ਬਦਲੀ ਨਾ ਕਰੇ, ਆਪਣੀ ਮਰਜ਼ੀ ਅਨੁਸਾਰ ਪੌੜੀਆਂ ਅੱਗੇ ਪਿੱਛੇ ਨਾ ਕਰ ਦੇਵੇ। ਉਹ ਕਈ ਅੱਜ ਕੱਲ੍ਹ ਦੇ ਨਾ ਜਿਹੜੇ ਨਵੇਂ ਪੜਾਕੂ ਨੇ, ਦਾ ਅਰਥ ਇਹ ਵੀ ਕੱਢਦੇ ਆ, ਕਹਿੰਦੇ ਗੁਰੂ ਸਾਹਿਬ ਜੀ ਨੇ ਇਹ ਹੁਕਮ ਕੀਤਾ ਵੀ ਸੁਧ ਕੀਚੇ ਹੈ ਕਵੀ ਜਨੋ, ਤੁਸੀਂ ਨਾ ਆਪਣੀ ਮਰਜ਼ੀ ਦੇ ਅਨੁਸਾਰ ਬਾਣੀ
ਇਹ ਲਿਖ ਕੇ ਵੀ ਇਹਨੂੰ ਜਿੱਥੇ त्रुटि देखो तो शुद्ध कर रहे हो, देखो अपनी मर्जी वो कर ली है भी शुद्ध कीचा तुसी शुद्ध कर लियो। ਇਹਦਾ ਮਤਲਬ ਭਾਈ ਗੁਰਦਾਸ ਤੋਂ ਤਾਂ ਨਾ ਹੀ शुद्ध ਹੋਇਆ, गुरु अर्जन देव जी ने हुण तुसी उदों ਵੱਡੇ हो गए ਜਿਹੜੇ शुद्ध ਕਰਨ ਲੱਗੇ ਹੋ गुरबाणी। कोहर मनमत है, कोहर पाप है, ये तो बचना चाहिए। जो गुरु साहब ने किया उही पूरे करके सब कुछ पूरा। इस करके जे ये विद्वानां दी गल मन भी लईए तो फिर देखो अखौती विद्वान फिर इस आड़ दे विच की करनगे, कल नूं सारी बाणियां बदल के रख देणगे, फिर तां बिगाड़ पा देणगे। इस करके खालसे नूं सावधान होना चाहिए ते शुद्ध कीचे दे अर्थ चंगी तरह समझ समझा के एक दूजे नूं इस पाप तो बचिया जा सकदा है भी ये सकीरन राग है ते ये शुद्ध कीचे। तुसीं गुरसिखो बाणी पढ़ के अपने मलीन हिरदे नूं शुद्ध कीचे, शुद्ध कर लो। तुहानूं बाणी तां दित्ती है अपने हिरदे मलीन नूं शुद्ध कर लवो। आओ हुण इत्थे साध संगीत समाप्ति है, बार समाप्त हो गई है ते कल नूं भगतां दी बाणी गौड़ी दी आरंभ होगी। गुरु साहिब किरपा करनगे। गौड़ी दे विच जिहड़ी भगत बाणी है उहदे सिद्धांत फिर बहुत गहरा कर दिंदे ने भगत जन। अपनी मस्ती दे विच फिर वो गहरे तो गुरु साहिब तो साडा ख्याल रख के करते, फिर अपनी नाम मस्ती दे विच गूढ़े तो गूढ़ा ज्ञान भी देंदे। गुरु साहिब ने भी कीता ऐसी नहीं गल ते ओहदे विच थोड़ा जिहा भगतां दी बाणी विच शब्द जिहड़े ने ओह ज्ञान दे विचार दे पक्ष तो गहरे ने ते गुरु किरपा करेगा। जिथे हुण तक किरपा कीती है गाहां भी महाराज मंजिल दूर है ते हौली हौली तुरे चलो। गुरु साहिब ने जिथे गौड़ी दियां 12 समाप्त कीतियां, भगत बाणी समाप्त होगी, फिर आसा राग शुरू होगा। हौली हौली तुरे चलो, हो करना की है, स्वाद सफले हुंदे ने। इत्थे समाप्ति भुल्लां चुकां दी खेमा करनी जी। ढाडी दर प्रभ मंगना दर कदे ना छोड़े, नानक मन तन चाहे हो नित प्रभ को लोड़े। सुध कीचे। वाहिगुरु जी का खालसा, वाहिगुरु जी की फतेह, 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 जी की फतेह।